वाहिगुरू जी का खालसा वाहिगुरू जी की फतेह अस्सलाम वालेकुम आदाब अर्ज मैं हाँ तुहाडी होस्ट नीलम कौर ते मैं TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਹੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ जी डॉक्टर साहब वाहिगुरू जी का खालसा वाहिगुरू जी की फतेह जी डॉक्टर साहब जी आनू प्रोग्राम सचो सच बहुत शुक्रिया जी डॉक्टर साहब अज 7 जनवरी 2020 25 पो नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ आरसिन केबल वेलकम केबल इन कैनेडा roku जादू बॉक्स शावा फेसबुक TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ डाउनलोड करके जो TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਉੱਪਰ ਦੇਖੋ ਬੇਸ਼ੱਕ ਨਨਕਾਣਾ ਸਾਹਿਬ ਵਿੱਚ ਵਾਪਰੀ ਦੁਖਦ ਘਟਨਾ ਉਸ ਨਾਲ ਸੰਬੰਧਿਤ ਕਾਫੀ ਜਾਣਕਾਰੀ ਬਾਹਰ ਆਈ ਹੈ ਔਰ ਸਾਡੇ ਕੱਲ ਦੇ ਪ੍ਰੋਗਰਾਮ ਨੂੰ ਵੀ ਸਾਡੇ ਦਰਸ਼ਕਾਂ ਵੱਲੋਂ ਬਹੁਤ ਸਰਾਹਿਆ ਗਿਆ ਪਹਿਲੇ ਸੈਗਮੈਂਟ 'ਚ ਅਸੀਂ ਵੇਰਵੇ ਨਾਲ ਇਸ ਇਸ਼ੂ ਦੇ ਸਾਰੇ ਆਸਪੈਕਟ ਜਿਹੜੇ ਅੱਡ-ਅੱਡ ਜਿਹੜਾ ਐਂਗਲਸ ਤੋਂ ਔਰ ਇਸ ਨੂੰ ਕਿਵੇਂ ਫਿਊਚਰ ਦੇ ਵਿੱਚ ਇਸ ਕਿਸਮ ਦੇ ਚੈਲੰਜਸ ਨੂੰ ਫੇਸ ਕਰਨਾ ਇਸ ਬਾਰੇ ਵਿਚਾਰ ਚਰਚਾ ਕੀਤੀ ਸੀ ਔਰ ਅਸੀਂ ਇਹ ਵੀ ਕਿਹਾ ਸੀ ਕਿ ਵੀ ਇਸ ਵਾਰ ਜਿਹੜਾ ਡਾਇਸਪੋਰਾ ਸਿੱਖਾਂ ਦਾ ਤਾਂ ਹੈ ਹੀ ਹੈ ਪੰਜਾਬ ਚੋਂ ਵੀ ਜਿਹੜੇ ਕੰਸਰਨਡ ਇੰਟੈਲੀਜੈਂਟ ਲੋਕ ਜਾਂ ਜਿਨ੍ਹਾਂ ਨੂੰ ਅਸੀਂ ਇੰਟੈਲੀਜੈਂਸ਼ੀਆ ਕਹਿੰਦੇ ਹਾਂ ਬੁੱਧੀਜੀਵੀ ਉਹਨਾਂ ਨੇ ਵੀ ਬੜਾ ਸੋਚ ਸਮਝ ਕੇ ਰਿਐਕਸ਼ਨ ਦਿੱਤਾ ਹੈ ਪਹਿਲੀ ਸਟੇਜ ਤੋਂ ਹੀ ਜਿਸ ਅੰਦਾਜ਼ 'ਚ ਭਾਰਤੀ ਹਕੂਮਤ ਔਰ ਉਹਨਾਂ ਦੇ ਜਿਹੜੇ ਦੁਮਛੱਲੇ ਨੇ ਜਿਨ੍ਹਾਂ ਦੇ ਵਿੱਚ ਮਨਜਿੰਦਰ ਸਿਰਸਾ ਹੋਏ ਸੁਖਬੀਰ ਬਾਦਲ ਹੋਏ ਹਰਸਿਮਰਤ ਬਾਦਲ ਹੋਏ ਜਾਂ ਉਹਨਾਂ ਦਾ ਵਜ਼ੀਰ ਹਰਦੀਪ ਪੁਰੀ ਔਰ ਥੱਲੇ ਤੱਕ ਫਿਰ ਜਦੋਂ ਉੱਪਰਲਾ ਭੌਂਕਦਾ ਤੇ ਫਿਰ ਥੱਲੇ ਤੱਕ ਜਿਹੜਾ ਉਹ ਪੂਰੀ ਜਿਹੜੀ ਹੈ ਉਹ ਬਾਹੂ ਹੀ ਚਾਰ ਚੁਫੇਰੇ ਸੁਣਦੀ ਲੇਕਿਨ ਇਸ ਵਾਰ ਵੱਡਾ ਤਬਕਾ ਕਮਿਊਨਿਟੀ ਦਾ ਜਿਹੜਾ ਇਹ ਮਹਿਸੂਸ ਕਰ ਰਿਹਾ ਸੀ ਕਰਤਾਰਪੁਰ ਕੋਰੀਡੋਰ ਤੋਂ ਬਾਅਦ ਖੁੱਲ੍ਹਣ ਤੋਂ ਬਾਅਦ ਕਿ ਇਹਨਾਂ ਦੀ ਅੱਖ ਦੇ ਵਿੱਚ ਸੂਰ ਦਾ ਵਾਲ ਹੈ ਇਹਨਾਂ ਦੀ ਨੀਅਤ ਸਾਫ਼ ਨਹੀਂ ਹੈ ਇਹਨਾਂ ਨੇ ਕੁਛ ਨਾ ਕੁਛ ਕਰਨਾ ਹੈ ਤਾਂ ਕਿ ਕਰਤਾਰਪੁਰ ਕੋਰੀਡੋਰ ਨੂੰ ਵੀ ਬੰਦ ਕੀਤਾ ਜਾਏ ਔਰ ਉਹ ਇਹ ਵੀ ਸਮਝਦੇ ਸੀ ਕਿ ਜਿੰਨੇ ਛੋਟੇ ਪੀਰੀਅਡ ਦੇ ਵਿੱਚ ਨਵੰਬਰ ਤੋਂ ਜਦੋਂ 9 ਨਵੰਬਰ ਤੋਂ ਇਹ ਫੰਕਸ਼ਨਲ ਹੋਇਆ ਅਜੇ ਲਗਭਗ 2 ਮਹੀਨੇ ਵੀ ਪੂਰੇ ਨਹੀਂ ਹੋਏ ਪਰ ਜਿੰਨੀ ਗੁੱਡਵਿਲ ਸਿੱਖ ਕੌਮ ਦੇ ਵਿੱਚ ਇਸ ਵੇਲੇ ਪਾਕਿਸਤਾਨ ਦੇ ਲਈ ਔਰ ਖ਼ਾਸ ਤੌਰ ਤੇ ਪਾਕਿਸਤਾਨੀ ਆਵਾਮ ਦੀ ਮੁਹੱਬਤ ਦਾ ਜਿਹੜਾ ਉਹਨਾਂ ਨੇ ਦੇਖਿਆ ਜਲਵਾ ਉਸ ਦੇ ਸਾਹਮਣੇ ਬਹੁਤ ਸਾਰੀਆਂ ਧਾਰਨਾਵਾਂ ਪਰਸੈਪਸ਼ਨਸ ਜਿਹੜੀਆਂ ਇੱਕ ਕੰਧ ਜਿਹੜੀ 70 ਸਾਲ ਤੋਂ ਖੜੀ ਕੀਤੀ ਹੋਈ ਸੀ ਔਰ ਨਾ ਪੱਖੀ ਪ੍ਰੋਪੇਗੈਂਡਾ ਸੀ ਉਹ ਬਹੁਤ ਸਾਰੀਆਂ ਕੰਧਾਂ ਡਿੱਗਣੀਆਂ ਸ਼ੁਰੂ ਹੋਈਆਂ ਧਾਰਨਾਵਾਂ ਬਦਲੀਆਂ ਔਰ ਇਹੋ ਜਿਹੇ ਅਸੀਂ ਵਿਚਾਰ ਦੇਖਣ ਨੂੰ ਸੁਣਨ ਨੂੰ ਜਿਹੜੇ ਚਾਰ ਚੁਫੇਰੇ ਖਿਲ ਰਹੇ ਹੋਏ ਨੇ ਕਿ ਭਾਈ ਜੇ ਦੁਨੀਆ ਦੇ ਵਿੱਚ ਸਿੱਖਾਂ ਦੇ ਲਈ ਕਿਤੇ ਮੁਹੱਬਤ ਹੈ ਜੈਨੂਇਨ ਮੁਹੱਬਤ ਹੈ ਤੇ ਉਹ ਪਾਕਿਸਤਾਨ 'ਚ ਹੈ ਸੋ ਜ਼ਾਹਰਾ ਤੌਰ ਤੇ ਭਾਰਤੀ ਏਜੰਸੀਆਂ ਜਿਨ੍ਹਾਂ ਨੇ ਪੂਰਾ 1 ਸਾਲ ਪਹਿਲਾਂ ਲਾਇਆ ਵੀ ਇਹਨੂੰ ਕਿਸੇ ਆਨੇ ਬਹਾਨੇ ਰੋਕਿਆ ਜਾਏ ਉਹਨਾਂ ਨੇ ਕੁਛ ਨਾ ਕੁਛ ਤਾਂ ਕਰਨਾ ਸੀ ਅਜੀਤ ਡੋਵਲ ਜਿਹੜਾ ਇਸ ਸਾਰਾ ਹੀ ਸਪਾਈ ਮਾਸਟਰ ਹੈ ਇਸ ਸਾਰੀ ਖੇਡ ਦਾ ਔਰ ਜਿਹਨੇ ਉਹਦੇ ਆਪਣੇ ਕਹਿਣ ਮੁਤਾਬਕ ਕਿ ਪੰਜਾਬ ਦੇ ਵਿੱਚ ਸਿੱਖਾਂ ਦੀ ਖਾਲਿਸਤਾਨ ਦੀ ਲਹਿਰ ਨੂੰ ਉਹਨੇ
ਕਿਵੇਂ ਕ੍ਰਿਮੀਨਲਾਈਜ਼ ਕਰਵਾਇਆ, ਕਿਵੇਂ ਉਹ ਖੁਦ ਵਿੱਚ ਵੜ ਕੇ ਜਿਹੜਾ ਉਹਨੇ ਗਲਤ ਸਿਗਨਲ ਦਿੱਤੇ, ਔਰ ਕਿਵੇਂ ਈਵਨ ਜਿਹੜਾ ਇੱਕ ਏਜੰਸੀਆਂ ਦਾ ਹੀ ਆਪਣਾ ਆਪਰੇਸ਼ਨ ਸੀ, ਆਪਰੇਸ਼ਨ ਬਲੈਕ ਥੰਡਰ, ਵੀ ਉਸ ਨੂੰ ਉਹਨੇ ਕਿਵੇਂ ਮਾਸਟਰਮਾਈਂਡ ਕੀਤਾ। ਅੰਮ੍ਰਿਤਸਰ 'ਚ ਰਹਿੰਦੇ ਆ, ਉਹਨੇ ਕਿਹਾ ਜੀ ਮੈਂ ਇਹ ਪ੍ਰਭਾਵ ਦਿੱਤਾ ਸੀ ਕਿ ਮੈਂ ਕਰਨਲ ਹੈ ਪਾਕਿਸਤਾਨ ਦੀ ISI ਦਾ, ਮੈਂ ਰਿਕਸ਼ਾ ਵੀ ਚਲਾਉਂਦਾ ਸੀ ਪਰ ਮੈਂ ਆਪਣਾ ਕੰਟੈਕਟ ਕਾਇਮ ਰੱਖਿਆ ਹੋਇਆ ਸੀ। ਸੋ ਇਸ ਕਿਸਮ ਦਾ ਸੋ ਜ਼ਾਹਰ ਹੈ ਕਿ ਹੁਣ ਤਾਂ ਇਸੇ ਹੀ ਸਪਾਈ ਮਾਸਟਰ ਦਾ ਬਹੁਤ ਨਜ਼ਦੀਕੀ ਬਿਪਨ ਰਾਵਤ ਜਿਹੜਾ ਰਿਟਾਇਰ ਹੋਇਆ ਫੁੱਲ, ਉਹਨੂੰ 3 ਸਾਲ ਦੀ ਐਕਸਟੈਂਸ਼ਨ ਨਹੀਂ ਦਿੱਤੀ, ਸਗੋਂ ਇੱਕ ਨਵੀਂ ਅਮੈਂਡਮੈਂਟ ਕਰਕੇ ਆਰਮੀ ਰੂਲਸ ਦੇ ਵਿੱਚ ਉਸ ਦੇ ਤਾਬਿਆ 3 ਕਮਾਂਡਸ ਕਰ ਦਿੱਤੀਆਂ ਗਈਆਂ ਨੇ। ਸੋ ਆਉਣ ਵਾਲੇ ਪੀਰੀਅਡ 'ਚ ਆਜ਼ਾਦ ਕਸ਼ਮੀਰ ਦੇ ਹਵਾਲੇ ਨਾਲ ਹੋਏ ਜਾਂ ਵਿਦਨ ਪਾਕਿਸਤਾਨ ਹੋਏ ਕੋਈ ਵੱਡੀ ਸ਼ਰਾਰਤ ਇਹ ਕਰਨਗੇ, ਔਰ ਅਸੀਂ ਇਹ ਸਮਝਦੇ ਹਾਂ ਵੀ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ, ਉਹਨਾਂ ਦੀਆਂ ਏਜੰਸੀਆਂ ਜਾਂ ਉਹਨਾਂ ਦਾ ਸਟਰਕਚਰ ਇਸ ਦੇ ਲਈ ਤਿਆਰ ਰਹਿਣਾ ਚਾਹੀਦਾ, ਕਿਉਂਕਿ ਇਹ ਨਾ ਹੋਏ ਜਿਵੇਂ ਉਹਨਾਂ ਦੇ ਕਹਿਣ ਮੁਤਾਬਕ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਾ ਕਿ 5 ਅਗਸਤ ਨੂੰ ਜਿਹੜੀ ਇਹਨਾਂ ਨੇ ਕਰਤੂਤ ਪਾਰਲੀਮੈਂਟ ਰਾਹੀਂ ਕੀਤੀ ਕਸ਼ਮੀਰ 'ਚੋਂ ਧਾਰਾ 370 ਐਬਰੋਗੇਟ ਕਰਨ ਦੀ, ਕਿ ਵੀ ਅਸੀਂ ਤਾਂ ਜਿਹੜਾ ਉਹ ਬਿਲਕੁਲ ਪਤਾ ਹੀ ਨਹੀਂ ਲੱਗਾ ਵੀ ਕੀ ਹੋ ਗਿਆ। ਸੋ ਇਹ ਨਜ਼ਰ ਆ ਰਿਹਾ, ਔਰ ਉਹ ਜਦੋਂ ਕਹਿ ਰਹੇ ਨੇ ਉਹਨਾਂ ਦੇ ਇੱਕ ਤੋਂ ਬਾਅਦ ਇੱਕ ਫਿਰ ਤਾਂ ਹੋਰ ਵੀ ਜ਼ਾਹਰ ਹੈ, ਪਰ ਜੋ ਕਹਿ ਰਹੇ ਨੇ ਇਹਦੇ ਉਲਟ ਕੁਛ ਐਸਾ ਵੀ ਕਰ ਸਕਦੇ ਨੇ ਜੋ ਉਹ ਨਹੀਂ ਕਹਿ ਰਹੇ। ਔਰ ਜਿਹੜਾ ਸਿੱਖ ਪਰਸਪੈਕਟਿਵ ਤੋਂ ਜੇ ਇਸ ਘਟਨਾ ਦਾ ਅਸੀਂ ਜਿਵੇਂ ਦੇਖਿਆ, ਔਰ ਇਹ ਇੱਕ ਬਹੁਤ ਚੰਗੀ ਗੱਲ ਹੈ ਕਿ ਵੀ ਇਹੀ ਨਹੀਂ ਕਿ ਪਾਕਿਸਤਾਨ ਦੀ ਹਕੂਮਤ ਨੇ ਭਾਵੇਂ 48 ਘੰਟੇ ਉਹਨਾਂ ਨੂੰ ਲੱਗੇ ਇਮਰਾਨ ਖਾਨ ਸਾਹਿਬ ਨੂੰ ਟਵੀਟ ਕਰਕੇ ਕੰਡੈਮ ਕਰਦੇ ਆ, ਜਾਂ ਪਹਿਲੀ ਸਟੇਜ ਤੇ ਜਿਹੜਾ ਲੋਕਲ ਪੁਲਿਸ ਵੱਲੋਂ ਇੱਕ ਕਵਰ ਅਪ ਲਾਈਨ ਸੀ ਕਿ ਨਹੀਂ ਜੀ ਇੱਕ ਨਿੱਜੀ ਔਰ ਦੁਕਾਨ ਤੇ ਝਗੜਾ ਹੋਇਆ ਤਾਂ ਕੋਈ ਕੁਝ ਨਹੀਂ ਹੋਇਆ, ਬਿਲਕੁਲ ਉਹ ਵੀ ਉਹਨਾਂ ਨੇ ਬਦਲਿਆ ਜਦੋਂ ਕਿ ਜਿਹੜਾ ਇਸ ਘਟਨਾਕ੍ਰਮ ਦਾ ਉੱਥੇ ਮੇਨ ਬੰਦਾ ਸੀ ਜਿਹਨੇ ਜ਼ਹਿਰ ਵੀ ਉਗਲਿਆ ਉਸ ਨੂੰ ਗ੍ਰਿਫਤਾਰ ਕੀਤਾ। ਸੈਕਸ਼ਨਸ ਵੀ ਉਹ ਲਾਏ ਗਏ ਨੇ ਜਿਹੜੇ ਕਿ ਐਪਰੋਪਰੀਏਟ ਬਣਦੇ ਸੀ, ਜਿਹੜੇ ਇਹ ਨਹੀਂ ਹੈ ਕਿ ਉਹਨਾਂ ਨੂੰ ਜਿਹੜਾ ਉਹ ਛੋਟੇ ਸੈਕਸ਼ਨ ਲਾ ਕੇ ਤੇ ਉਹਦੇ ਬਾਹਰ ਨਿਕਲਣ ਦਾ ਰਸਤਾ ਕੀਤਾ। ਔਰ ਅਸੀਂ ਸਮਝਦੇ ਹਾਂ ਕਿ ਇਸ ਦੇ ਨਾਲ ਨਾਲ ਪਾਕਿਸਤਾਨੀ ਆਵਾਮ ਦੀ ਅਸੀਂ ਗੱਲ ਕੱਲ ਵੀ ਕੀਤੀ ਸੀ, ਅੱਜ ਵੀ ਅਸੀਂ ਤੀਸਰੇ ਸੈਗਮੈਂਟ 'ਚ ਉਸ ਗੱਲ ਨੂੰ ਅੱਗੇ ਤੋਰਾਂਗੇ। ਪਰ ਪਿਛਲੇ ਦਿਨਾਂ ਤੋਂ ਮੈਂ ਲਗਾਤਾਰਤਾ ਨਾਲ ਦੇਖ ਰਿਹਾ ਹਾਂ ਕਿ ਪਾਕਿਸਤਾਨ ਦੇ ਉਹ ਮਜ਼ਹਬੀ ਆਗੂ ਹੋਣ, ਸਿਆਸੀ ਧਿਰਾਂ ਹੋਣ, ਜਾਂ ਈਵਨ ਸੋਸ਼ਲ ਜਿਹੜੇ ਉਹਨਾਂ ਦੇ ਐਕਟਿਵਿਸਟ ਹੋਣ, ਉਹ ਪੂਰੇ ਜਿਹੜਾ ਹੈ ਉਹ ਨਨਕਾਣਾ ਸਾਹਿਬ ਵਿਜ਼ਿਟ ਵੀ ਕਰ ਰਹੇ ਨੇ, ਸਿੱਖ ਕਮਿਊਨਿਟੀ ਦੇ ਨਾਲ ਯਕਜਹਿਤੀ ਦਾ ਇਜ਼ਹਾਰ ਵੀ ਕਰ ਰਹੇ ਨੇ, ਔਰ ਈਵਨ ਇੰਟਰਨੈਟ ਦੇ ਉੱਤੇ ਵੀ ਜਿਹੜੇ ਦੋਨੋਂ ਪਾਸੇ ਗੁੱਡਵਿਲ ਪੈਦਾ ਕਰਨ ਵਾਲੇ, ਭਾਵੇਂ ਉਹ ਪੰਜਾਬੀਅਤ ਦੇ ਨਾਂ ਥੱਲੇ ਹੈ, ਪੰਜਾਬੀ ਮਾਂ ਬੋਲੀ ਦੀ ਸਾਂਝ ਦੇ ਨਾਂ ਥੱਲੇ ਹੈ, ਉਹਨਾਂ ਸਾਰਿਆਂ ਨੇ ਵੀ ਬੜਾ ਪੋਜ਼ਿਟਿਵ ਢੰਗ ਦੇ ਨਾਲ ਇਸ ਸਾਰੇ ਇਸ਼ੂ ਨੂੰ ਹੈਂਡਲ ਕੀਤਾ। ਔਰ ਜਿਵੇਂ ਅਸੀਂ ਜਿਹੜੀਆਂ ਧਿਰਾਂ ਪਿਛਲੇ 30 ਸਾਲ ਤੋਂ ਇਸ ਸਾਰੀ ਖੇਡ ਨੂੰ ਦੇਖ ਰਹੀਆਂ ਨੇ ਭਾਰਤੀ ਹਕੂਮਤ ਦੇ, ਅਸੀਂ ਤਾਂ ਪਹਿਲੇ ਦਿਨ ਤੋਂ ਹੀ ਜਾਂ ਪਹਿਲੀ ਮੋਮੈਂਟ ਤੋਂ ਹੀ ਇਸ ਬਾਰੇ ਜਿਹੜੀ ਹੈ ਉਹ ਇੱਕ ਠੀਕ ਬੈਲੈਂਸਡ ਅਪਰੋਚ ਰੱਖੀ। ਪਰ ਮੈਂ ਅੱਜ ਇਹ ਦੇਖ ਰਿਹਾ ਕਿ ਹੁਣ ਜਿਹੜੇ ਈਵਨ ਭਾਰਤੀ ਨਕਸ਼ੇ ਦੀ ਕੈਦ ਦੇ ਵਿੱਚ ਫਸੇ ਹੋਏ ਲੋਕ, ਜਿਨ੍ਹਾਂ ਦੇ ਵਿੱਚ ਈਵਨ ਇਲੈਕਟਿਡ ਰਿਪਰੈਜ਼ੈਂਟੇਟਿਵ ਜਿਹੜੇ ਇੱਕ ਸਟੇਜ ਦੇ ਉੱਤੇ ਜੋ ਭਾਰਤੀ ਮੀਡੀਆ ਜਾਂ ਉਹਨਾਂ ਦੇ ਵਜ਼ੀਰਾਂ ਦੇ ਬਿਆਨ ਹੁੰਦੇ ਸੀ ਉਹਦੇ ਤੇ ਇੱਕਦਮ ਫੁੱਲ ਚੜਾਉਂਦੇ ਸੀ, ਪਾਕਿਸਤਾਨ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਸੀ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਕਿਤੇ ਨਾ ਕਿਤੇ ਸਾਡਾ ਇੱਕ ਤਬਕਾ ਉਹ 62 ਹੋਏ 65 ਹੋਏ ਉਹ ਵਰਤੇ ਵੀ ਗਏ, ਉਹ ਭਾਵੇਂ ਫੌਜ ਦੇ ਰਾਹੀਂ ਜਾਂ ਈਵਨ ਸਿਵਲੀਅਨ ਪਾਪੂਲੇਸ਼ਨ ਜਿਹਦੇ 'ਚ ਕਿ ਪੈਟਰੀਓਟਿਜ਼ਮ ਤੇ ਦੇਸ਼ ਭਗਤੀ ਦਾ ਜਿਹੜਾ ਹੈ ਉਹ ਝੂਠਾ ਇੱਕ ਖੜਾ ਕਰ ਦਿੱਤਾ ਜਾਂਦਾ ਸੀ। ਇੱਕ ਉਸ ਕਿਸਮ ਦਾ ਮਾਹੌਲ ਉਹਨਾਂ ਦੇ ਰੇਡੀਓ ਦੇ ਉੱਤੇ, ਟੀਵੀ ਦੇ ਉੱਤੇ ਵੀ ਦੇਸ਼ ਸੇਵਾ ਬਰ ਮੋਏ ਹੈ, ਸ਼ੁਭ ਕਰਮਨ ਤੇ ਕਬਹੂ ਨਾ ਟਰੋਂ ਵਰਗੇ ਸ਼ਬਦ ਵੱਜਣ ਲੱਗ ਜਾਂਦੇ ਸੀ। ਔਰ ਉਸ ਵੇਲੇ ਮਸ਼ਹੂਰ ਹੈ ਕਿ ਇੱਕ ਕਿਸਾਨ, ਸਿੱਖ ਕਿਸਾਨ ਅੰਮ੍ਰਿਤਸਰ ਜ਼ਿਲ੍ਹੇ 'ਚ ਆਪਣੇ ਖੇਤਾਂ ਤੋਂ ਘਰ ਨੂੰ ਮੁੜ ਰਿਹਾ ਤੇ ਉਹ ਰੇਡੀਓ ਦੇ ਉੱਤੇ ਉੱਚੀ ਸ਼ਬਦ ਲੱਗਾ ਹੋਇਆ ਹੈ, ਦੇਸ਼ ਸੇਵਾ ਬਰ ਮੋਏ ਹੈ, ਜਿਹੜਾ ਜ਼ਾਹਰ ਹੈ ਸਿੱਖ ਲਾਈਟ ਇਨਫੈਂਟਰੀ ਦਾ ਜਿਹੜਾ ਉਹ ਜਿਹੜਾ ਉਹਨਾਂ ਦਾ ਰੈਜੀਮੈਂਟਲ ਐਂਥਮ ਵੀ ਮੰਨਿਆ ਜਾਂਦਾ ਹੈ। ਤੇ ਉਹ ਬਾਬਾ ਜਿਹੜਾ ਉੱਥੇ ਇੱਕ ਹੋਰ ਬੰਦਾ ਲੰਘ ਰਿਹਾ ਸੀ, ਉਹਨੂੰ ਪੁੱਛਦਾ ਹੈ ਕਿ ਵੀ ਕੀ ਗੱਲ ਜੰਗ ਲੱਗ ਗਈ ਪਾਕਿਸਤਾਨ ਨਾਲ? ਉਹ ਕਹਿੰਦਾ ਵੀ ਅੱਗੇ ਪਿੱਛੇ ਤਾਂ ਇਹ ਇਦਾਂ ਦੇ ਲਾਉਂਦੇ ਨਹੀਂ, ਉਦੋਂ ਹੀ ਲਾਉਂਦੇ ਨੇ ਜਦੋਂ ਸਿੱਖ ਮਰਵਾਉਣੇ ਹੁੰਦੇ ਨੇ, ਤੇ ਹੁਣ ਕੋਈ ਜੰਗ ਲੱਗ ਗਈ ਹੈ। ਸੋ ਜ਼ਾਹਿਰ ਹੈ ਕਿ ਵੀ ਇਸ ਹੱਦ ਤੱਕ ਇਹ ਸਮਝਦਿਆਂ ਹੋਇਆਂ ਵੀ ਕਿ ਖੇਡ ਕੀ ਹੈ, ਕੋਈ ਬਹੁਤੀਆਂ ਚੋਇਸਿਸ ਨਹੀਂ ਸੀ, ਕਿਉਂਕਿ
ਸਾਡੀ ਲੀਡਰਸ਼ਿਪ 47 ਦੌਰ ਤੋਂ ਬਾਅਦ ਦੀ ਵੀ ਕਿਤੇ ਨਾ ਕਿਤੇ ਉਹ ਕਲੈਰਿਟੀ ਦੇ ਨਾਲ ਉਹਨਾਂ ਨੇ, ਜਦੋਂ ਤੱਕ ਜੂਨ 84 ਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਕਿਆਦਤ ਦੇ ਵਿੱਚ ਸਿੱਖਾਂ ਨੇ ਸ਼ਹੀਦੀਆਂ ਦੇ ਕੇ ਖਾਲਿਸਤਾਨ ਦੀ ਨੀਂਹ ਰੱਖਣ ਦੀ ਗੱਲ ਜਿਹੜੀ ਉਹਨਾਂ ਨੇ ਕਹੀ, ਉਸ ਪਾਸੇ ਨਹੀਂ ਤੁਰੇ। ਤੇ ਬਹੁਤ ਵਾਰ ਕਨਫਿਊਜ਼ਨ ਹੀ ਸੀ। ਮੋਰਚੇ ਤਾਂ ਲੱਗੇ, ਪੰਜਾਬੀ ਸੂਬੇ ਦਾ ਵੀ ਲੱਗਿਆ, ਸਾਨੂੰ ਚੰਡੀਗੜ੍ਹ ਦਿਓ, ਸਾਡੇ ਪਾਣੀਆਂ ਤੇ ਸਾਡਾ ਹੱਕ ਹੋਣਾ ਚਾਹੀਦਾ, ਆਨੰਦਪੁਰ ਦਾ ਮਤਾ ਆ ਗਿਆ, ਧਰਮ ਯੁੱਧ ਮੋਰਚਾ ਆ ਗਿਆ। ਪਰ ਉਹ ਸਾਰੇ ਜਿਹੜੇ ਨੇ ਸਿੱਖ ਸਾਈਕੀ ਨੂੰ, ਇਹਦੇ ਬਾਵਜੂਦ ਕਿ ਵੱਡੀ ਗਿਣਤੀ 'ਚ ਗ੍ਰਿਫਤਾਰੀਆਂ ਵੀ ਹੁੰਦੀਆਂ ਰਹੀਆਂ, ਪਰ ਜਿਹੜੀ ਆਰ-ਪਾਰ ਦੀ ਲੜਾਈ ਅਸੀਂ ਕਹਿੰਦੇ ਹਾਂ, ਉਹ ਆਰ-ਪਾਰ ਦੀ ਲੜਾਈ ਜੂਨ 84 ਦੇ ਵਿੱਚ ਹੀ ਬਣੀ, ਜਦੋਂ ਕਿ ਸਿੱਖਾਂ ਨੇ ਦੇਖ ਲਿਆ, ਔਰ ਇਹੀ ਸੀ ਕਿ ਜੂਨ 84 ਉਹ ਡੇ ਬਣਿਆ ਜਿਹਨੇ ਖਾਲਿਸਤਾਨ ਦਾ ਸੰਗੇ ਬੁਨਿਆਦ ਰੱਖਿਆ। ਫਿਰ 26 ਜਨਵਰੀ 1986 ਨੂੰ ਸਰਬੱਤ ਖਾਲਸਾ ਹੋਇਆ। ਉਹਨਾਂ ਨੇ 5 ਮੈਂਬਰੀ ਪੰਥਕ ਕਮੇਟੀ ਬਣਾਈ ਕਿ ਇਹ ਹੁਣ ਸਿੱਖਾਂ ਨੂੰ ਪੋਲੀਟੀਕਲ ਡਾਇਰੈਕਸ਼ਨ ਦੇਗੀ, ਔਰ ਉਸੇ ਹੀ 5 ਮੈਂਬਰੀ ਪੰਥਕ ਕਮੇਟੀ ਨੇ, ਜਿਹਦੇ ਮੁਖੀ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਲ ਸਨ, ਉਹਨਾਂ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕਰਕੇ ਜਿਹੜਾ ਉਹ ਆਪਣਾ ਸਿਆਸੀ ਗੋਲ ਬੜਾ ਕਲੀਅਰ ਕਰ ਦਿੱਤਾ। ਦੁਨੀਆ ਦੀਆਂ ਹਕੂਮਤਾਂ ਨੂੰ ਕਿਹਾ ਵੀ ਸਾਨੂੰ ਮਾਨਤਾ ਦਿਓ, ਔਰ ਅਸੀਂ ਦੇਖਦੇ ਹਾਂ ਕਿ ਉਸ ਤੋਂ ਬਾਅਦ ਅਗਲੇ 10 ਸਾਲ ਫਿਰ ਸਿੰਘਾਂ ਨੇ ਬਹਾਦਰੀ ਦੇ ਨਾਲ ਜਿਹੜਾ ਉਹ ਖਾਲਿਸਤਾਨ ਦੀ ਆਜ਼ਾਦੀ ਦੀ ਲੜਾਈ ਹਥਿਆਰਬੰਦ ਤਰੀਕੇ ਨਾਲ, ਕਿਉਂਕਿ ਹਕੂਮਤ ਜਦੋਂ ਟੈਂਕਾਂ ਤੋਪਾਂ ਨਾਲ ਜਾਂ ਲੱਖ ਫੌਜ ਪੰਜਾਬ 'ਚ ਰੱਖ ਕੇ ਪਿੰਡਾਂ 'ਚੋਂ ਨੌਜਵਾਨ ਮਾਰੇ ਸੀ, ਕੋਈ ਚੋਇਸ ਵੀ ਨਹੀਂ ਸੀ। ਔਰ ਯੋਧਿਆਂ ਨੇ ਵੀ ਇਹ ਦੇਖਿਆ ਕਿ ਭਾਈ ਹੁਣ ਇਹਨਾਂ ਦਾ ਮੂੰਹ ਭੰਨਣਾ ਪਏਗਾ। ਹਾਲਾਂਕਿ ਇਹਦੀ ਸ਼ੁਰੂਆਤ ਤਾਂ ਜੂਨ 84 ਦਾ ਜੰਗ ਹੀ ਆਪਣੇ ਆਪ 'ਚ, ਜਿਹਨੂੰ ਮਾਰਕ ਟਲੀ ਔਰ ਸਤੀਸ਼ ਜੈਕਬ ਨੇ ਆਪਣੀ ਕਿਤਾਬ ਅੰਮ੍ਰਿਤਸਰ ਮਿਸਿਸ ਗਾਂਧੀਜ਼ ਲਾਸਟ ਬੈਟਲ ਦੇ ਵਿੱਚ ਜਿਹੜਾ ਇਹ ਦੱਸ ਦਿੱਤਾ, ਉਹਦਾ ਨਾਂ ਹੀ ਦੱਸਦਾ ਹੈ ਕਿ ਵੀ ਉਹਦਾ ਅੰਤ ਹੋਇਆ ਇਹ ਬੈਟਲ ਆਫ ਅਕਾਲ ਤਖਤ ਸੀ, ਔਰ ਲੜਨ ਵਾਲੇ ਵੀ ਟੂ ਦਾ ਲਾਸਟ ਬ੍ਰੈਥ ਐਂਡ ਬੁਲਟ ਲੜੇ। ਲੇਕਿਨ ਉਸ ਤੋਂ ਬਾਅਦ ਜਿਹੜੇ ਪ੍ਰਾਈਮ ਟਾਰਗੇਟ, ਜਿਨ੍ਹਾਂ ਦੇ ਵਿੱਚ ਇੰਦਰਾ ਗਾਂਧੀ ਜਿਹਨੇ ਦਰਬਾਰ ਸਾਹਿਬ ਤੇ ਹਮਲੇ ਦਾ ਸਿਆਸੀ ਫੈਸਲਾ ਲਿਆ, ਜਨਰਲ ਵੈਦਿਆ ਜਿਹੜਾ ਕਮਾਂਡਰ ਇਨ ਚੀਫ ਸੀ ਜਿਹਦੀ ਫੌਜ ਨੇ ਅਟੈਕ ਕੀਤਾ, ਉਹ ਦੋਨੋਂ ਹੀ ਜਿਹੜੇ ਨੇ ਸਜ਼ਾ ਯਾਫਤਾ ਕੀਤੇ ਗਏ। ਔਰ ਪੰਜਾਬ ਦੇ ਵਿੱਚ ਵੀ ਜਿਹੜੇ ਇਹ ਫਿਰ ਲਗਾਤਾਰਤਾ ਦੇ ਨਾਲ ਅਖੀਰਲਾ ਜਿਹੜਾ ਇੱਕ ਅਹਿਮ ਨਿਸ਼ਾਨਾ, ਉਹ ਪੰਜਾਬ ਦਾ ਮੁੱਖ ਮੰਤਰੀ ਬੇਅੰਤ ਸਿੰਘ, ਜਿਹਨੇ 1992 ਤੋਂ 1995 ਦੇ ਵਿਚਕਾਰ ਜਿਹੜਾ ਉਹ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਝੂਠੇ ਮੁਕਾਬਲੇ 'ਚ ਮਾਰੇ। ਉਹ 31 ਅਗਸਤ 1995 ਨੂੰ ਆਪਣੇ ਸਰਕਾਰੀ ਦਫ਼ਤਰ ਸੈਕਟਰੀਏਟ ਦੇ ਬਾਹਰ ਜਿਹੜਾ ਉਹ ਚੀਥੜੇ ਉਹਦੇ ਉਡਾਏ ਗਏ। ਸ਼ਹੀਦ ਭਾਈ ਦਿਲਾਵਰ ਸਿੰਘ ਨੇ ਉਹ ਜਿਹੜਾ ਇਤਿਹਾਸ ਰਚਿਆ। ਸੋ ਜ਼ਾਹਰ ਹੈ ਵੀ ਉਸ ਤੋਂ ਬਾਅਦ ਅੱਡ-ਅੱਡ ਤਰੀਕਿਆਂ ਦੇ ਨਾਲ ਬੇਸ਼ੱਕ ਹਕੂਮਤ ਨੇ ਆਪਣੇ ਹਥਿਆਰ ਬਦਲਿਆ, ਡਾਇਰੈਕਟ ਆਰਮਡ ਜਿਹੜੀ ਕਨਫਰੰਟੇਸ਼ਨ ਉਹਨਾਂ ਨੂੰ ਲੱਗਾ ਵੀ ਇਹਦੇ ਨਾਲ ਤੁਸੀਂ ਸਿੱਖਾਂ ਨੂੰ ਦਬਾ ਨਹੀਂ ਸਕਦੇ। ਉਹਨਾਂ ਨੇ ਵੱਡੇ ਪੈਮਾਨੇ ਤੇ ਡਰੱਗਸ ਪੰਜਾਬ ਦੇ ਵਿੱਚ ਲਿਆਂਦੀਆਂ। ਕਲਚਰਲ ਰੈਵੋਲੂਸ਼ਨ ਦੇ ਨਾਂ ਥੱਲੇ ਜਿਸ ਕਿਸਮ ਦਾ ਉਹਨਾਂ ਨੇ ਇੱਕ ਲਚਰਪੁਣਾ ਪੰਜਾਬ ਦੇ ਵਿੱਚ, ਉਹ ਮੇਲਿਆਂ ਦੀ ਆੜ ਦੇ ਵਿੱਚ ਇਹ ਜਿੰਨੇ ਗਾਇਕ ਔਰ ਦੂਜੇ ਜਿਹੜੇ ਅੱਜ ਹਿੰਦੂ ਤੋਂ ਵੀ ਬੋਲੀ ਬੋਲ ਰਹੇ ਨੇ, ਉਹ ਗੁਰਦਾਸ ਮਾਨ ਹੋਏ ਜਾਂ ਉਹਦੀ ਨਸਲ ਦੇ ਦੂਸਰੇ ਲੋਕ ਹੋਣ, ਇਹ ਉਹੀ ਲੋਕ ਨੇ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਫਿਰ ਇਸ ਕਿਸਮ ਦਾ ਮਾਹੌਲ ਜਿਹਦੇ ਥੱਲੇ ਕਿ ਜਿਹੜੇ ਨੌਜਵਾਨ, ਦੇਖੋ ਅਲਟੀਮੇਟਲੀ ਸਿੱਖਾਂ ਦੀ ਜਿਹੜੀ ਸਟਰੈਂਥ ਹੈ ਉਹ ਮਜ਼ਹਬ ਚੋਂ ਨਿਕਲਦੀ ਹੈ, ਸਿੱਖੀ ਚੋਂ ਨਿਕਲਦੀ ਹੈ, ਬਿਲਕੁਲ ਅੰਮ੍ਰਿਤ ਛਕਣ ਚੋਂ ਨਿਕਲਦੀ ਹੈ, ਸਾਬਤ ਸੂਰਤ ਚੋਂ ਨਿਕਲਦੀ ਹੈ। ਔਰ ਅਜੇ ਵੀ ਬੇਸ਼ੱਕ ਸਾਡੀ ਸੁਸਾਇਟੀ ਦਾ ਇੱਕ ਵੱਡਾ ਤਬਕਾ ਹੁਣ ਉਹਨੂੰ ਐਕਸੈਪਟ ਕਰ ਲੈਂਦਾ ਹੈ, ਜੇ ਕਿਸੇ ਦਾ ਸਿਰ ਮੁੰਨਿਆ ਹੋਇਆ ਉਹਨੂੰ ਕਹਿ ਦੇਣਗੇ ਮੋਨਾ ਸਿੱਖ, ਪਰ ਕਿਸੇ ਵੀ ਪਾਕਿਸਤਾਨੀ ਨੂੰ ਪੁੱਛ ਕੇ ਦੇਖੋ ਉਹਦੇ ਲਈ ਅਜੇ ਵੀ ਸਿੱਖ ਦਾ ਮਤਲਬ ਪੱਗ ਵਾਲਾ ਸਿੱਖ ਹੀ ਹੈ ਉਹ। ਕਿਉਂਕਿ ਜਿਹੜੇ ਕਈ ਜਾਂਦੇ ਵੀ ਨੇ ਉਹ ਕਹਿਣਗੇ ਕਿ ਜੀ ਭਾਵੇਂ ਅਸੀਂ 3 ਦੋਸਤ ਗਏ, ਇੱਕ ਸਿੱਖੀ ਸਰੂਪ ਸੀ, 2 ਕਹਿੰਦੇ ਜੀ ਜਿੰਨੀ ਇੱਜ਼ਤ ਸਿੱਖੀ ਸਰੂਪ ਵਾਲਿਆਂ ਦੀ ਹੋਏ ਅਸੀਂ ਕਹਿੰਦੇ ਰਹੇ ਜੀ ਹਾਂ ਅਸੀਂ ਵੀ ਸਿੱਖਾਂ ਦੇ ਮੁੰਡੇ, ਪਰ ਉਹ ਭਾਵੇਂ ਕਹਿੰਦੇ ਜੱਕਦੇ ਰਹੇ, ਪਰ ਕਹਿੰਦੇ ਰਹੇ ਜੀ ਸਰਦਾਰ ਤਾਂ ਉਹੀ ਹੁੰਦਾ ਨਾ ਜਿਹਦੇ ਸਿਰ ਤੇ ਪੱਗ ਹੈ, ਕੇਸ ਦਾੜੀ ਨੇ, ਉਹਦੇ ਬਿਨਾਂ ਤਾਂ ਸਰਦਾਰ ਨਹੀਂ ਨਾ ਹੋਇਆ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜਾ ਪਾਰਟ ਜਿਹੜਾ ਕਿ ਕਮਜ਼ੋਰੀ ਵੱਲ ਜਾ ਰਿਹਾ ਸੀ, ਉਸ ਨੂੰ ਇਸ ਲਚਰ ਕਲਚਰ ਦੇ ਨਾਂ ਥੱਲੇ ਹਕੂਮਤ ਨੇ ਪੂਰਾ ਪ੍ਰਮੋਟ ਕੀਤਾ। ਪੰਜਾਬ ਦੇ ਵਿੱਚ ਤੇਜ਼ੀ ਨਾਲ ਸ਼ਰਾਬ ਦੇ ਠੇਕੇ ਤਾਂ ਪਹਿਲਾਂ ਹੀ ਹਰ ਸਰਕਾਰ ਆਈ, ਉਹ ਅਕਾਲੀ ਨੇ, ਕਾਂਗਰਸ ਨੇ, ਉਹ ਵੱਡਾ ਰੈਵਨਿਊ ਉਹਦੇ 'ਚੋਂ ਜਨਰੇਟ ਕਰਦੇ ਨੇ, ਪਰ ਜਿਵੇਂ ਕ੍ਰੈਕ ਕੋਕੇਨ, ਹੈਰੋਇਨ ਔਰ ਦੂਸਰਾ ਤੀਸਰਾ ਉਹ ਮਾਹੌਲ ਲਿਆ ਕੇ ਪੰਜਾਬ ਦੇ ਵਿੱਚ ਸਿਰਜ ਦਿੱਤਾ ਹੈ ਕਿ ਮੈਂ ਇਹ ਗੱਲ ਫਰੈਜ਼ਨੋ ਦੇ ਇਕੱਠ 'ਚ ਵੀ ਕਹੀ ਕਿ 1990 ਦੇ ਵਿੱਚ, 80ਵਿਆਂ ਦੇ ਅਖੀਰ 'ਚ, 90ਵਿਆਂ ਦੀ ਬਿਗਨਿੰਗ 'ਚ ਜਦੋਂ KP ਗਿੱਲ
ਜਿਹੜਾ ਉਹ ਬੇਅੰਤੇ ਦੀ ਕਮਾਨ ਥੱਲੇ ਔਰ ਨਰਸਿਮਹਾ ਰਾਓ ਦੇ ਹੁਕਮਾਂ ਥੱਲੇ ਪੰਜਾਬ ਦੇ ਨੌਜਵਾਨ ਮਾਰ ਰਹੇ ਸੀ, ਤੇ ਉਦੋਂ ਪੰਜਾਬ ਦੇ ਵਿੱਚ ਮਾਪਿਓ ਨੂੰ ਖਾਸ ਤੌਰ ਤੇ ਪਿੰਡੂ ਸਮਾਜ ਦੇ ਵਿੱਚ ਜਿੱਥੋਂ ਜਿਹੜੀ ਸਿੱਖੀ ਦੀ ਬੈਕਬੋਨ ਹੈ, ਉਹਨਾਂ ਨੂੰ ਫਿਕਰ ਸੀ ਕਿ ਵੀ ਮੁੰਡਾ ਕੱਢ ਦਿਓ ਬਾਹਰ, ਇਹਨੂੰ ਅਮਰੀਕਾ ਕੈਨੇਡਾ ਭੇਜ ਦਿਓ। ਉਦੋਂ ਅਜੇ ਆਸਟ੍ਰੇਲੀਆ ਦਾ ਇੰਨਾ ਰਿਵਾਜ ਨਹੀਂ ਸੀ, ਤੇ ਇਹਨੂੰ ਬਾਹਰ ਕੱਢ ਦਿਓ ਨਹੀਂ ਤਾਂ ਪੁਲਿਸ ਨੇ ਮਾਰ ਦੇਣਾ। ਬਿਲਕੁਲ। ਤੇ ਕੋਈ ਜਿਹੜੇ ਥੋੜੇ ਕਮਜ਼ੋਰ ਦਿਲ ਸੀ ਉਹ ਕਹਿੰਦੇ ਵੀ ਇਹ ਬੜਾ ਅਣਖ ਵਾਲਾ ਮੁੰਡਾ ਹੈ ਸਾਡਾ, ਇਹਨੇ ਜੁਝਾਰੂਆਂ 'ਚ ਰਲ ਜਾਣਾ, ਤੇ ਉਹ ਪੁਲਿਸ ਮਾਰਦੇ ਜਾਂ ਜੁਝਾਰੂਆਂ 'ਚ ਕੋਈ ਰਲ ਜਾਏ ਉਹਨੂੰ ਵੀ ਮਾਰਨਾ ਹੈ, ਅਦਰਵਾਈਜ਼ ਵੀ ਚੁੱਕ ਕੇ ਮਾਰਨਾ ਹੈ। ਸੋ ਉਹਨਾਂ ਨੂੰ ਸੀ ਵੀ ਇਹਨੂੰ ਬਾਹਰ ਕੱਢ ਦਿਓ। ਔਰ ਹੁਣ ਜਿਹੜਾ ਟ੍ਰੈਂਡ ਅਸੀਂ ਪਿਛਲੇ ਆਲਮੋਸਟ 8-10 ਸਾਲ ਤੋਂ ਹੀ ਦੇਖ ਰਹੇ ਹਾਂ, ਜਿਹੜਾ ਹੁਣ ਪੀਕ ਦੇ ਉੱਤੇ ਹੈ, ਜਦੋਂ ਇਹ ਕਿਹਾ ਜਾ ਰਿਹਾ ਕਿ ਪੰਜਾਬ ਦੇ ਪਿੰਡ ਖਾਲੀ ਹੋ ਗਏ ਨੇ, ਕਿਵੇਂ ਉੱਥੇ ਸਿਰਫ 올ਡ ਜਨਰੇਸ਼ਨ ਹੈ, ਯੰਗ ਮੈਨ ਔਰ 50,000 ਨੌਜਵਾਨ। ਅੱਗੇ ਤਾਂ ਹੁੰਦਾ ਸੀ ਜਿਹੜੇ ਕੱਢੇ ਜਾਂਦੇ ਸੀ ਉਹ ਕੋਈ 25 ਸਾਲਾਂ ਦਾ, ਕੋਈ 28 ਦਾ, ਕੋਈ ਐਜੂਕੇਸ਼ਨ ਦੇ। ਹੁਣ ਤਾਂ ਜਦੋਂ 10+2 ਕਰਦੇ ਨੇ, ਬਹੁਤ ਸਾਰੇ ਅਜੇ 18 ਸਾਲ ਦੀ ਉਮਰ ਹੀ ਅਚੀਵ ਕੀਤੀ ਹੁੰਦੀ ਹੈ ਐਡਲਟਹੁੱਡ ਦੀ, ਔਰ ਉਹ ਉਹਨਾਂ ਨੂੰ ਕੱਢਿਆ ਜਾ ਰਿਹਾ ਮਾਪਿਓ ਵੱਲੋਂ। ਏਜੰਟਾਂ ਦਾ ਪੂਰਾ ਇੱਕ ਨੈਟਵਰਕ ਜਿਨ੍ਹਾਂ ਨੇ ਬਾਹਰ ਵੀ ਆਪਣਾ ਬਣਾਇਆ ਹੋਇਆ ਕਿ ਕਿਵੇਂ ਇੱਥੇ ਐਜੂਕੇਸ਼ਨ ਇੰਸਟੀਟਿਊਸ਼ਨਸ ਦੇ ਨਾਲ ਉਹਨਾਂ ਨੇ ਆਪਣਾ ਕਮਿਸ਼ਨ ਰੱਖਿਆ ਹੋਇਆ, ਔਰ ਧੜ ਨੌਜਵਾਨ ਜਿਹੜੇ ਨੇ ਉਹ ਬਾਹਰ ਨਿਕਲ ਰਹੇ ਨੇ। ਸੋ ਇਹ ਪਾਰਟ ਇਹ ਵੀ, ਔਰ ਉਹਨਾਂ ਦੀ ਫਿਰ ਸੈਕੰਡ ਪਲਾਨ, ਜਿਵੇਂ ਉਹਨਾਂ ਨੇ ਜੰਮੂ ਕਸ਼ਮੀਰ ਦਾ ਦਰਜਾ ਖਤਮ ਕਰਕੇ, ਪੂਰੀ ਸਟੇਟ ਦੀ ਹੋਂਦ ਖਤਮ ਕਰਕੇ, ਆਰਟੀਕਲ 370 ਖਤਮ ਕਰਕੇ, ਜਿਵੇਂ ਉੱਥੇ ਇਹਨਾਂ ਦੇ ਸਾਰੇ ਬਿਜ਼ਨਸਮੈਨ ਜਿੰਨੇ ਵੀ ਅਡਾਨੀ ਔਰ ਗੁਜਰਾਤੀ ਦੂਜੇ ਉੱਥੇ ਹੋਟਲ ਖੋਲ੍ਹਣ ਦੇ ਨਾਂ ਥੱਲੇ, ਟੂਰਿਜ਼ਮ ਦੇ ਨਾਂ ਥੱਲੇ ਵੜੇ ਨੇ, ਔਰ ਜਿਹੜਾ ਇਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਥੱਲੇ ਜਿਹੜੇ ਹਜ਼ਾਰਾਂ ਹਿੰਦੂ ਜਿਹੜੇ ਨੇ, ਲੱਖਾਂ ਹਿੰਦੂ ਰਾਦਰ 12-13 ਲੱਖ ਤਾਂ ਅਸਾਮ 'ਚ ਹੀ ਬੈਠੇ ਨੇ, ਔਰ ਬਾਕੀ ਭਾਰਤ ਉਹਨਾਂ ਨੂੰ ਕਸ਼ਮੀਰ 'ਚ ਵਸਾਉਣ ਦੀ। ਔਰ ਦੂਸਰਾ ਪਾਰਟ ਪੰਜਾਬ ਹੋਏਗਾ, ਕਿਉਂਕਿ ਪੰਜਾਬ ਦੇ ਵਿੱਚ ਵੀ ਇਹ ਸਿੱਖਾਂ ਦੀ ਡੈਮੋਗ੍ਰਾਫੀ ਬਦਲਣ ਦੇ ਲਈ ਪੂਰਾ ਇਹਨਾਂ ਦਾ ਟਿਲ ਲੱਗਾ ਹੋਇਆ। ਆਲਰੇਡੀ ਯੂਪੀ ਔਰ ਬਿਹਾਰ 'ਚੋਂ ਜਿਹੜੀ ਲੇਬਰ ਆ ਰਹੀ ਹੈ ਉਹਨਾਂ ਨੂੰ ਕਾਲੋਨੀਜ਼, ਔਰ ਉਹਨਾਂ ਕਾਲੋਨੀਜ਼ ਨੂੰ ਫਿਰ ਪਰਮਾਨੈਂਟ ਦਰਜਾ ਦੇਣਾ। ਜਿਵੇਂ ਦਿੱਲੀ ਦੇ ਵਿੱਚ ਇਹ ਦੋਨਾਂ ਦੀ ਦੌੜ ਲੱਗੀ ਹੋਈ ਸੀ, ਕੇਜਰੀਵਾਲ ਔਰ ਬੀਜੇਪੀ ਦੀ ਚੋਣਾਂ ਆਣੀਆਂ ਨੇ ਦਿੱਲੀ 'ਚ, ਆਲਰੇਡੀ ਡਿਕਲੇਅਰ ਹੋ ਗਈਆਂ, ਲੇਕਿਨ ਉਸ ਤੋਂ ਪਹਿਲਾਂ ਹੀ ਬੜਾ ਇਹਨਾਂ ਨੇ ਹੋਮ ਮਿਨਿਸਟਰੀ ਨੇ ਕਿਹਾ ਦੇਖੋ ਜੀ ਅਸੀਂ ਇੰਨੇ 100 ਜਿਹੜੇ ਇਲੀਗਲ ਸੀ ਕਾਲੋਨੀਜ਼ ਉਹਨਾਂ ਨੂੰ ਅਸੀਂ ਜਿਹੜਾ ਲੀਗਲਾਈਜ਼ ਕਰ ਦਿੱਤਾ ਹੈ, ਉਹਨਾਂ ਨੂੰ ਅਸੀਂ ਕਾਲੋਨੀਜ਼ ਦੇ ਤੌਰ ਤੇ ਮਾਨਤਾ। ਔਰ ਇਹ ਵੀ ਕਿਉਂਕਿ ਬਹੁਤ ਸਾਰੀ ਇਸ ਵੇਲੇ ਪੋਪੂਲੇਸ਼ਨ ਦਾ ਵੱਡਾ ਹਿੱਸਾ ਤਾਂ ਯੂਪੀ ਬਿਹਾਰ ਹੈ, ਔਰ ਇਹੀ ਕਾਰਨ ਹੈ ਕਿ ਜਿਹੜੀਆਂ ਸਾਊਥ ਦੀਆਂ ਸਟੇਟਾਂ ਨੇ, ਉਹ ਤਮਿਲਨਾਡੂ ਹੋਏ, ਆਂਧਰਾ ਹੋਏ, ਤੇਲੰਗਾਨਾ ਹੋਏ, ਕੇਰਲਾ ਹੋਏ, ਕਰਨਾਟਕਾ ਹੋਏ, ਉਹ ਜਦੋਂ ਇਕਨੋਮਿਕਲ ਜ਼ੋਨ ਬਣਾਉਣ ਦੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਜੀ ਸੈਂਟਰ ਵੱਲ ਅਸੀਂ ਤਾਂ ਇੰਨੇ ਜ਼ਿਆਦਾ ਟੈਕਸਿਸ ਸਾਡੇ ਜਾ ਰਹੇ ਨੇ ਜਿਹੜੇ ਸਟੇਟ 'ਚੋਂ ਨੇ, ਪਰ ਜਦੋਂ ਉਹਨਾਂ ਨੇ ਦੇਣਾ ਹੁੰਦਾ ਵਾਪਸ ਉਹ ਆਬਾਦੀ ਦੇ ਲਿਹਾਜ਼ ਨਾਲ ਦਿੰਦੇ ਨੇ, ਤਾਂ ਇੱਧਰ ਉਹ ਨਿਆਣੇ ਜੰਮ ਕੇ ਜਿਹੜਾ ਉਹਨਾਂ ਨੇ ਤਿੱਗਣੀ ਆਬਾਦੀ ਕਰ ਲਈ ਹੈ, ਜਦੋਂ ਕਿ ਇਹਨਾਂ ਸਾਊਥ ਵਾਲਿਆਂ ਨੇ ਕੰਟਰੋਲ ਕੀਤਾ ਹੋਇਆ। ਸੋ ਇਹੀ ਕਹਾਣੀ ਜਿਹੜੀ ਹੈ ਉਹ ਕਿਸੇ ਨਾ ਕਿਸੇ ਹਵਾਲੇ ਨਾਲ ਦਿੱਲੀ 'ਚ ਵੀ ਇਹਨਾਂ ਨੇ, ਕਿਉਂਕਿ ਇਹਨਾਂ ਨੂੰ ਇਹ ਪਤਾ ਹੈ ਕਿ ਵੀ ਦਿੱਲੀ ਦੇ ਵਿੱਚ ਵੀ ਜੇ ਡੈਮੋਗ੍ਰਾਫਿਕਸ ਬਦਲੇ ਜਾਣ ਤੇ ਇਹ ਯੂਪੀ ਬਿਹਾਰ ਅਲਟੀਮੇਟਲੀ ਗੰਗਾ ਜਮਨੀ ਤਹਿਜ਼ੀਬ ਇਹੀ ਹਿੰਦੂਤਵਾਦੀ ਬੈਕਬੋਨ ਹੈ ਜਿਹਦੇ ਉੱਤੇ ਰਿਲਾਈ ਕਰਦੇ ਨੇ। ਪਰ ਦੂਸਰੇ ਪਾਸੇ ਮੈਂ ਇਹ ਦੇਖਿਆ ਵੀ ਓਵਰ ਏ ਪੀਰੀਅਡ ਆਫ ਟਾਈਮ ਜਿਹੜੀਆਂ ਸਰਕਾਰ ਦੀਆਂ ਨੀਤੀਆਂ ਨੇ ਪੰਜਾਬ ਦੇ ਵਿੱਚ, ਠੀਕ ਹੈ ਲੋਕ ਚੁੱਪਚਾਪ ਵੀ ਕਈਆਂ ਨੂੰ ਲੱਗਦਾ ਹੋਏਗਾ ਜੀ, ਕਈ ਵਾਰੀ ਸਾਡੇ ਕੁਝ ਪਾਕਿਸਤਾਨੀ ਭਰਾ ਹੀ ਕਹਿਣਗੇ ਜੀ ਕਸ਼ਮੀਰ 'ਚ ਇੰਨੀ ਰੈਜ਼ਿਸਟੈਂਸ ਹੋਈ, ਪੰਜਾਬ 'ਚ ਨਹੀਂ। ਮੈਂ ਕਿਹਾ ਜੀ ਤੁਸੀਂ 35 ਸਾਲ ਪਹਿਲਾਂ ਤੋਂ ਨਹੀਂ ਦੇਖਿਆ ਹੈ, ਬਹੁਤ ਵੱਡਾ ਹਿੱਸਾ ਸਾਡਾ 1.5 ਲੱਖ ਨੌਜਵਾਨ ਮਾਰਿਆ। ਲੋਕ ਹੁਣ ਮਹਿਸੂਸ ਵੀ ਕਰਦੇ ਨੇ ਕਿ ਭਾਈ ਅਸੀਂ ਕਿਵੇਂ ਆਪਣੇ ਆਪ ਨੂੰ ਇਸ ਚੁੰਗਲ 'ਚੋਂ ਕੱਢੀਏ। ਇਸ ਦੇ ਲਈ ਜਦੋਂ ਵੀ ਕੋਈ ਰਾਈਵਲ ਆਵਾਜ਼ ਆਉਂਦੀ ਹੈ, ਠੀਕ ਹੈ ਆਮ ਆਦਮੀ ਪਾਰਟੀ ਦਾ ਇੱਕ ਇਸ ਕਿਸਮ ਦਾ ਧੋਖਾ ਸੀ ਜਿਹਦੇ 'ਚ ਸਾਡੇ ਲੋਕ ਫਸੇ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 2014 'ਚ ਵੀ ਜੇ ਇਹਨਾਂ ਦਾ RSS ਦਾ ਰੱਥ ਰੋਕਿਆ ਤੇ ਕਿਸੇ ਨੇ ਪੰਜਾਬ 'ਚ ਸਿੱਖਾਂ ਨੇ ਰੋਕਿਆ। ਉਸ ਤੋਂ ਬਾਅਦ ਹੁਣ ਦੀਆਂ ਚੋਣਾਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਜਿੱਥੇ ਬਾਕੀ ਪਾਸਿਓਂ ਫੁੱਲ ਫਲੈਜਡ ਸੀਟਾਂ ਲੈ ਕੇ ਬੀਜੇਪੀ ਦਾ ਜਾਂ ਅਕਾਲੀਆਂ ਦਾ ਪੰਜਾਬ 'ਚ ਕੀ ਹਾਲ ਹੋਇਆ। ਔਰ ਇਹੀ ਪਾਰਟ ਅਸੀਂ ਦੇਖ ਰਹੇ ਹਾਂ ਕਿ ਉਹ ਕਸ਼ਮੀਰ ਦੇ ਮੁੱਦੇ ਤੇ ਆਰਟੀਕਲ 370 ਐਬਰੋਗੇਟ ਕਰਨ ਤੋਂ ਬਾਅਦ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਰੈਜ਼ਿਸਟੈਂਸ ਵੀ ਦਿੱਤੀ, ਕਸ਼ਮੀਰੀਆਂ ਦਾ ਸਾਥ ਵੀ ਦਿੱਤਾ। ਪਰ ਦੂਸਰਾ ਪੱਖ ਮੈਂ ਸਮਝਦਾ ਵੀ ਹੁਣ ਉਹ ਵਕਤ ਆ ਗਿਆ ਜਦੋਂ ਕਿ ਅੱਜ ਦਿੱਲੀ ਤੋਂ ਲੈ ਕੇ ਤੇ ਕੇਰਲਾ ਤੱਕ ਉਹ ਪ੍ਰੋਟੈਸਟ, ਲੱਖਾਂ ਲੋਕ ਸੜਕਾਂ ਤੇ ਨਿਕਲੇ ਹੋਏ ਨੇ, ਔਰ ਜੋ ਇਹਨਾਂ ਦੇ ਵਰਤਾਰਾ ਗੁੰਡਾਗਰਦੀ ਦਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਵਿੱਚ ਕੀਤਾ, 100 ਤੋਂ ਜ਼ਿਆਦਾ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਗੁੰਡਿਆਂ ਨੇ, ਹੁਣ ਤਾਂ ਇੱਕ ਆਰਗੇਨਾਈਜੇਸ਼ਨ ਹਿੰਦੂ ਰਕਸ਼ਾ ਸਮਿਤੀ ਕਾ ਕੀ ਨੇ
ਜ਼ਿੰਮੇਵਾਰੀ ਲਈ ਹੈ ਕਿ ਸਾਡੇ ਸੀ ਨਕਾਬਪੋਸ਼ ਅਸੀਂ ਮਾਰੇ ਨੇ, ਜੀ। ਪਰ ਅਜੇ ਤੱਕ ਵੀ ਕੋਈ ਵੀ ਜਿਹੜਾ ਹੈ ਜਿਨ੍ਹਾਂ ਨੇ 2-3 ਘੰਟੇ ਅੰਦਰ ਪੂਰੀ ਮਾਰ ਕੁਟਾਈ ਕੀਤੀ, ਰੋਡ ਚਲਾਈਆਂ ਲੋਹੇ ਦੀਆਂ, ਜਿਹੜੀ ਉਹਨਾਂ ਦੀ ਆਇਸ਼ੀ ਘੋਸ਼ ਬੀਬੀ ਬੱਚੀ ਜਿਹਦੇ ਸਿਰ ਦੇ ਉੱਤੇ ਰੋਡ ਮਾਰੀ, 20 ਟਾਂਕੇ ਲੱਗੇ ਨੇ, ਬੜੇ ਹੀ ਹੈ। ਮੈਂ ਦੇਖਦਾ ਵੀ ਇੱਕ ਚੰਗਾ ਫਿਨੋਮੀਨਾ ਹੈ ਕਿ ਵੀ ਬਹਾਦਰ ਸਟੂਡੈਂਟ ਜਿਹੜੇ ਨੇ ਉਹਨੇ ਸਿਰ ਤੇ ਉਹਦੇ ਪੱਟੀ ਵੱਜੀ ਹੋਈ ਹੈ ਔਰ ਦੂਜੇ ਜਿਵੇਂ ਉਹਨੇ ਇੰਟਰਵਿਊ ਦੇ ਰਹੀ ਹੈ, ਲੇਕਿਨ ਅਜੇ ਤੱਕ ਵੀ ਇਹਦੇ ਬਾਵਜੂਦ ਕਿ 100 ਤੋਂ ਜ਼ਿਆਦਾ ਗੁੰਡਾ ਹੈ ਜਿਨ੍ਹਾਂ ਦੇ ਵਿੱਚ ਮੁੰਡੇ ਕੁੜੀਆਂ ਦੋਨੋਂ ਹੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਸ਼ਾਮਲ ਸੀ, ਕਿਸੇ ਦੇ ਖਿਲਾਫ ਕੋਈ FIR, ਕੋਈ ਕਿਸੇ ਦਾ ਫੜਿਆ ਜਾਣਾ ਨਾ, ਅਨਨੋਨ ਦਾ ਕਹਿ ਕੇ ਉਹਨਾਂ ਨੇ ਲਿਖੀ ਹੈ। ਔਰ ਈਵਨ ਇਹੀ ਆਇਸ਼ੀ ਘੋਸ਼ ਔਰ ਹੋਰ ਜਿਹੜੇ ਸਟੂਡੈਂਟ ਇਹਨਾਂ ਦੀ PSU ਦੇ ਨੇ, ਉਹਨਾਂ ਦੇ ਖਿਲਾਫ ਕੋਈ 2 ਦਿਨ ਪੁਰਾਣੀ ਘਟਨਾ ਨੂੰ ਲੈ ਕੇ FIR ਲਿਖੀ ਗਈ ਹੈ। ਸੋ ਇਹ ਜਿਹੜਾ ਇੱਕ ਪਾਸੇ ਇਹ ਪੂਰਾ ਇਹਨਾਂ ਦਾ ਜ਼ਬਰ ਚੱਲ ਰਿਹਾ ਹੈ, ਹੁਣ ਇਹਦਾ ਅਸਰ ਅਸੀਂ ਦੇਖ ਰਹੇ ਹਾਂ ਕਿ ਕਿਵੇਂ ਈਵਨ ਫਿਲਮੀ ਦੁਨੀਆ, ਬੇਸ਼ੱਕ ਜਿਹੜੇ ਖਾਨ ਲਾ ਕੇ ਨਾਲ ਬੈਠੇ ਨੇ ਉਹ ਤਾਂ ਕਿਤੇ ਲੁਕੇ ਹੈ, ਨਾ ਸਲਮਾਨ ਖਾਨ ਨਜ਼ਰ ਆਇਆ, ਨਾ ਆਮਰ ਖਾਨ ਨਜ਼ਰ ਆਇਆ, ਨਾ ਸ਼ਾਹਰੁਖ ਖਾਨ ਨਜ਼ਰ ਆਇਆ। ਉਹ ਖਾਨ ਕਾਹਦੇ ਨੇ, ਚੂਹੇ ਹੀ ਨੇ, ਕੋਈ ਬੋਲ ਵੀ ਨਹੀਂ ਰਿਹਾ। ਲੇਕਿਨ ਇਹ ਕ੍ਰੈਡਿਟ, ਔਰ ਡਾਕਟਰ ਰਣਜੀਤ ਸਿੰਘਰਾ ਨੇ ਮੈਨੂੰ ਲਿਖਿਆ ਜੀ ਤੁਸੀਂ ਜ਼ਿਕਰ ਕਰੋ ਇਹਨਾਂ ਦਾ, ਹਾਲਾਂ ਫਿਲਮ ਇੰਡਸਟਰੀ 'ਚ ਮੇਰੀ ਕੋਈ ਦਿਲਚਸਪੀ ਨਹੀਂ ਹੁੰਦੀ ਤੇ ਇਹ ਵੀ ਨਹੀਂ ਪਤਾ ਹਾਲਾਂ ਇਹੀ ਦੀਪਿਕਾ ਪਾਦੂਕੋਣ, ਉਹਨੇ ਉਹ ਜਿਹੜੀ ਹੈ ਬਾਜੀ ਰਾਓ ਫਿਲਮ ਹੋਏ ਜਾਂ ਪਦਮਨੀ ਹੋਏ ਜਾਂ ਦੂਜਾ, ਉਹਦੇ 'ਚ ਹਿੰਦੂ ਤਵੀਆਂ ਨੂੰ, ਕਿਉਂਕਿ ਜਿਹੜੀ ਫਿਲਮੀ ਦੁਨੀਆ ਜਾਂ ਦੂਜਾ ਜਾਂਦਾ ਉਹਨੂੰ ਤਾਂ ਹੁੰਦਾ ਹੈ ਕਿ ਕੌਣ ਹਾਈਐਸਟ ਪੇ ਕਰਦਾ ਤੇ ਸੁਪਰਸਟਾਰਸ ਦੇ ਲਈ ਤਾਂ ਉਹ ਰੋਲ ਦੇਖਦੇ ਨੇ ਕਿ ਭਾਈ ਉਹਦੇ 'ਚ ਕੀ ਹੋਏਗਾ। ਉਹਨੇ ਉਹੀ ਰੋਲ ਪਲੇ ਕੀਤੇ ਜਿਹੜੇ ਉਹਨਾਂ ਨੂੰ ਸੂਟ ਕਰਦੇ ਸੀ। ਪਰ ਮੈਂ ਸਮਝਦਾ ਹਾਂ ਕਿ ਵੀ ਜਿੱਥੇ ਕੋਈ ਪੋਜ਼ਿਟਿਵ ਗੱਲ ਹੁੰਦੀ ਹੈ ਉਹਦੀ ਕੋਈ ਫਿਲਮ ਵੀ ਰਿਲੀਜ਼ ਹੋਣ ਵਾਲੀ ਹੈ ਹਫ਼ਤੇ ਕੁ ਬਾਅਦ, ਲੇਕਿਨ ਇਹਦੇ ਬਾਵਜੂਦ ਉਹ ਉੱਥੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਜਿੱਥੇ ਉਹਦੇ ਬਾਹਰ ਸਟੂਡੈਂਟ ਬੈਠੇ ਨੇ ਉਹਨਾਂ ਦੇ ਵਿੱਚ ਆਈ ਬੋਲੀ। ਉਸ ਤੋਂ ਪਹਿਲਾਂ ਵੀ ਉਹਨੇ ਟਵੀਟ ਕੀਤਾ ਸੀ ਕਿ ਇਹ ਜਿਹੜੀ ਸਟੂਡੈਂਟਸ ਦੀ ਆਵਾਜ਼ ਹੈ, ਬਹਾਦਰ ਆਵਾਜ਼ਾਂ ਨੇ, ਦੱਬਣੀਆਂ ਨਹੀਂ ਚਾਹੀਦੀਆਂ। ਸੋ ਅੱਜ ਵੀ ਉਸ ਦੀ ਜਿਹੜੀ ਪ੍ਰੈਜ਼ੈਂਸ ਹੈ ਉਹਨੂੰ ਲੈ ਕੇ ਫਿਰ ਜਿਸ ਕਿਸਮ ਦਾ ਚਾਰ ਚਫੇਰੇ ਉਹਨੂੰ ਟਰੋਲ ਕੀਤਾ ਜਾ ਰਿਹਾ ਹੈ, ਔਰ ਉਹਨਾਂ ਦਾ ਇੱਕ ਪਗੜੀਧਾਰੀ ਗੁੰਡਾ ਦਿੱਲੀ ਦੇ ਵਿੱਚ BJP ਨੇ ਸਪੋਕਸਮੈਨ ਬਣਾਇਆ ਹੋਇਆ ਤਜਿੰਦਰਪਾਲ ਬੱਗਾ, ਉਹਨੇ ਕਾਲ ਦਿੱਤੀ ਆ ਉਹਨੇ ਕਿ ਜੀ ਦੀ ਜਿਹੜੀ ਆਉਣ ਵਾਲੀ ਫਿਲਮ ਹੈ ਉਹਨੂੰ ਬਾਈਕਾਟ ਕੀਤਾ ਜਾਏ। ਸੋ ਇਹ ਆਪਣੀ ਖੇਡ ਤੇ ਲੱਗੇ ਹੋਏ ਨੇ। ਔਰ ਦੂਸਰੇ ਪਾਸੇ ਜਿਵੇਂ ਨਜ਼ਰ ਆ ਰਿਹਾ ਵੀ ਇਹ ਜੋ ਕੁਝ JNU 'ਚ ਹੋਇਆ, ਉਸ ਤੋਂ ਪਹਿਲਾਂ ਜਾਮੀਆ ਮਿਲੀਆ 'ਚ ਹੋਇਆ, ਇਸ ਤੇ ਮੋਦੀ ਨੇ ਵੀ ਆਪਣੀ ਜ਼ਬਾਨ ਨੂੰ ਜੰਦਾ ਲਾਇਆ ਹੋਇਆ ਔਰ ਅਮਿਤ ਸ਼ਾਹ ਉਹਨੂੰ ਜਸਟੀਫਾਈ ਕਰ ਰਿਹਾ ਹੈ। ਔਰ ਉਹਨਾਂ ਦੇ ਜਿਹੜੇ ਥਰੜੇ ਲੈਵਲ ਦੇ ਨੇ ਉਹ ਇਹ ਕਹਿ ਰਹੇ ਨੇ ਜੀ ਅਸੀਂ ਇਹ ਟੁਕੜੇ ਟੁਕੜੇ ਗੈਂਗ ਨੂੰ ਹੁਣ ਦੱਸ ਦਿਆਂਗੇ ਕੀ ਹੈ। ਪੂਰੀ ਨਫ਼ਰਤ ਦੀ ਜਿਹੜੀ ਹੈ ਉਹ ਭੱਠੀ ਉਹ ਲਗਾਤਾਰਤਾ ਨਾਲ ਬਲ ਰਹੀ ਹੈ। ਹੁਣ ਇਹਨਾਂ ਹਾਲਾਤਾਂ 'ਚ ਮੈਂ ਸਮਝਦਾ ਹਾਂ ਵੀ ਨਨਕਾਣਾ ਸਾਹਿਬ ਵਾਲੇ ਵਾਕਿਆ ਦਾ ਹੋਣਾ ਔਰ ਪਿਸ਼ਾਵਰ ਦੇ ਵਿੱਚ ਹਰਮੀਤ ਸਿੰਘ ਜਰਨਲਿਸਟ ਦਾ ਭਰਾ ਜਿਹੜਾ ਸਿੱਖੀ ਸਰੂਪ 'ਚ ਨਹੀਂ ਹੈ, ਖੁਦ ਵੀ ਸਿੰਗਰ ਸੀ, ਵਿਆਹ ਸੀ, ਮਾਰਿਆ ਗਿਆ, ਟਾਰਗੇਟ ਕਿਲਿੰਗ ਕਿਹਾ ਜਾ ਰਿਹਾ। ਔਰ ਅੱਜ ਹੀ ਕੋਈ ਪੁੱਛ ਰਿਹਾ ਸੀ ਕਿ ਵੀ ਹੁਣ ਕੀ ਹੋਏਗਾ। ਮੈਂ ਕਹਿੰਦਾ ਇੱਕ ਘਟਨਾ ਇਹਨਾਂ ਨੇ ਅਜੇ ਹੋਰ ਕਰਵਾਉਣੀ ਹੈ ਜਿਹਦੇ 'ਚ ਪਾਕਿਸਤਾਨ 'ਚ ਇਹਨਾਂ ਨੇ ਸਿੱਖਾਂ ਨੂੰ ਲਪੇਟ ਕੇ ਫਿਰ ਕਰਨਾ। ਪਰ ਮੈਂ ਜਿਹੜੀ ਅੱਜ ਅਸੀਂ ਜਿਹੜਾ ਇਹਦਾ ਟਾਈਟਲ ਵੀ ਦਿੱਤਾ ਹੈ ਕਿ ਹੁਣ ਜਿਹੜਾ ਮੌਕਾ ਹੈ ਕਿ ਖਾਲਿਸਤਾਨ ਦੀ ਮੂਵਮੈਂਟ ਪੰਜਾਬ ਦੀ ਧਰਤੀ ਦੇ ਉੱਤੇ ਇਸ ਨੂੰ ਤੇਜ਼ ਕੀਤਾ ਜਾਏ। ਜ਼ਾਹਰ ਹੈ ਰੈਫਰੈਂਡਮ 2020 ਦਾ ਵੀ ਨਵੰਬਰ 2020 ਟਾਰਗੇਟ ਹੈ, ਲੇਕਿਨ ਮੈਂ ਇਹ ਇਸ ਲਈ ਵੀ ਪ੍ਰਭਾਵ ਬਣਾਇਆ ਕਿ ਹੁਣ ਈਵਨ ਉਹ ਸਿੱਖ ਜਿਹੜੇ ਕਿਸੇ ਸਟੇਜ ਦੇ ਉੱਤੇ ਜਾਂ ਬੋਲਣ ਦੀ ਹਿੰਮਤ ਨਹੀਂ ਸੀ ਰੱਖਦੇ ਜਾਂ ਉਹਨਾਂ ਨੂੰ ਸਮਝ ਨਹੀਂ ਸੀ, ਜਿਨ੍ਹਾਂ ਦੇ ਵਿੱਚ ਸਰਕਾਰੀ ਜਥੇਦਾਰ ਵੀ ਨੇ, ਸਰਕਾਰੀ ਅਕਾਲੀ ਦਲ ਦੇ ਅਹੁਦੇਦਾਰ ਵੀ ਨੇ। ਔਰ ਕੱਲ ਜਿਹੜੀ ਸਟੇਟਮੈਂਟ ਜਿਹੜਾ ਸਰਕਾਰੀ ਜਥੇਦਾਰ ਬਾਦਲ ਦਲ ਦੇ ਹਰਪ੍ਰੀਤ ਸਿੰਘ ਉਹਨਾਂ ਨੇ ਦਿੱਤੀ, ਹਾਲਾਂਕਿ ਇਸ ਨੂੰ ਡਿਫਰੈਂਟਲੀ ਇੰਟਰਪ੍ਰੇਟ ਕਈਆਂ ਨੇ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਵੀ ਵਿਅੰਗ ਕੱਸਿਆ ਸੁਖਵੀਰ ਬਾਦਲ ਔਰ ਦੂਜਿਆਂ ਤੇ ਕਿ ਜੀ ਹੁਣ ਤਾਂ ਜਥੇਦਾਰ ਕਹਿ ਰਿਹਾ ਕਿ ਇੰਡੀਆ 'ਚ ਵੀ ਸਿੱਖ ਸੇਫ ਨਹੀਂ ਨੇ। ਉਹਨਾਂ ਨੇ ਇਹੀ ਕਿਹਾ ਜਥੇਦਾਰ ਨੇ ਕਿ ਜੀ ਦੋਨੋਂ ਪਾਸੇ ਪਾਕਿਸਤਾਨ 'ਚ ਵੀ ਭਾਰਤ 'ਚ ਵੀ ਸਿੱਖ ਜੇ ਉੱਤਰ ਦਾ ਕਿਹਾ ਜਾ ਰਿਹਾ ਕਿ ਨਨਕਾਣਾ ਸਾਹਿਬ 'ਚ ਹੋਇਆ ਤੇ ਭਾਰਤ 'ਚ ਵੀ ਸਿੱਖ ਸੇਫ। ਇਹ ਬਹੁਤ ਵੱਡੀ ਗੱਲ ਹੈ, ਸਾਨੂੰ ਤਾਂ ਪਤਾ ਹੈ ਵੀ ਇਹ ਕੀ ਹੈ, ਲੇਕਿਨ ਉੱਥੇ ਬੈਠਿਆ ਇੱਕ ਜਥੇਦਾਰ ਜਿਹੜਾ ਬਾਦਲਾਂ ਨੇ ਬਣਾਇਆ ਹੋਇਆ ਹੈ, ਜਿਹੜਾ ਬਾਦਲ ਹਕੂਮਤ ਮੋਦੀ ਸਰਕਾਰ ਦੇ ਵਿੱਚ ਭਾਈਵਾਲ ਹੈ,
ਜੋ ਜਥੇਦਾਰ ਕਹਿੰਦਾ ਕਿ ਭਾਰਤ 'ਚ ਵੀ ਸਿੱਖ ਸੇਫ ਨਹੀਂ ਨੇ। ਜੀ ਸੋ ਜ਼ਾਹਰ ਹੈ ਕਿ ਵੀ ਇਹ ਕਿਤੇ ਨਾ ਕਿਤੇ ਉਹ ਤਰਜਮਾਨੀ ਕਰ ਰਿਹਾ ਹੈ। ਵਾਸਟ ਮੈਜੋਰਟੀ ਸਿੱਖਾਂ ਦੀ ਜਿਹੜੇ ਮਹਿਸੂਸ ਕਰ ਰਹੇ ਨੇ ਕਿ ਉਹ ਸਾਡੇ ਜ਼ਮੀਨ ਤੇ ਹੱਕ ਹੋਣ, ਪਾਣੀਆਂ ਦਾ ਮਸਲਾ ਇਹ ਤਾਂ ਪਹਿਲਾਂ ਤੋਂ ਹੀ ਚੱਲ ਰਿਹਾ ਸੀ। ਹੁਣ ਤਾਜ਼ਾ ਦੌਰ 'ਚ ਜਿਵੇਂ ਉਹਨਾਂ ਨੇ ਮੰਗੂ ਮੱਠ, ਜਗਨਨਾਥਪੁਰੀ, ਦਵਾਰਕਾ ਦੇ ਵਿੱਚ ਉੜੀਸਾ 'ਚ ਢਾਇਆ, ਜਿਵੇਂ ਉਹਨਾਂ ਨੇ ਇਸ ਸਾਰੇ ਪੀਰੀਅਡ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਜਿਹੜਾ ਕਈ ਪਿੰਡਾਂ 'ਚ 40-50 ਸਿੱਖ ਪਰਿਵਾਰਾਂ ਦੇ ਘਰ ਢਾਏ ਨੇ ਜੀ ਔਰ ਸਿੱਖ ਡੈਲੀਗੇਸ਼ਨ ਗਿਆ, ਸ਼੍ਰੋਮਣੀ ਕਮੇਟੀ ਨੇ ਵੀ ਭੇਜਿਆ। ਉਹਨਾਂ ਨੇ ਕਿਹਾ ਜੀ ਅਸੀਂ ਤਹਿਸੀਲਦਾਰ ਨੂੰ ਸਸਪੈਂਡ ਕਰਤਾ ਹੈ, ਹੁਣ ਉੱਥੇ ਜਿਹੜਾ ਹੋਏਗਾ। ਸੋ ਇਹ ਜਿਹੜੇ ਔਰ ਇਹਦੇ 'ਚ ਜ਼ਾਹਰ ਹੈ ਕਿ ਜਿੱਥੇ ਬੀਜੇਪੀ ਦੇ ਨਾਲ ਰੂਲਡ ਸਟੇਟਸ ਨੇ ਉੱਤਰਾਖੰਡ, ਉੱਥੇ ਗਿਆਨ ਗੋਦੜੀ ਢਾਇਆ ਗਿਆ। ਸੋ ਜਥੇਦਾਰ ਅਕਾਲ ਤਖਤ ਦੀ ਸਟੇਟਮੈਂਟ ਦਾ ਜਿਹੜਾ ਤੱਤ ਸਾਰ ਹੈ ਉਹਦੇ 'ਚ ਉਹਨੇ ਕਿਹਾ ਕਿ ਵੀ ਇਫ in Pakistan the Sikhs or religious shrines are being targeted, the situation is not very conducive in India too. If forceful eviction of Sikhs in Madhya Pradesh and attack on Mangu Math in Puri and a Gurdwara in Shillong is any indication, in the present scenario, Sikhs need to join hands to counter these atrocities as little justice is expected. ਹੁਣ ਇਹਨੂੰ ਕੋਈ ਤਾਂ ਕਹੇਗਾ ਜੀ ਦੇਖੋ ਦੋਨੋਂ ਪਾਸੇ ਬੈਲੈਂਸ ਰੱਖਿਆ ਉਹਨਾਂ ਨੇ। ਪਾਕਿਸਤਾਨ 'ਚ ਤਾਂ ਆਲਰੇਡੀ ਸਿੱਖ ਬੜੇ ਥੋੜੇ ਨੇ, ਫਿਊ ਥਾਊਜ਼ੈਂਡ, ਔਰ ਹਕੂਮਤ ਨੇ ਉਹਦੇ ਤੇ ਐਕਟ ਵੀ ਕੀਤਾ ਹੈ, ਬੰਦੇ ਨੂੰ ਵੀ ਫੜਿਆ ਹੈ, ਔਰ ਉਹ ਜਿਹੜਾ ਵੀ ਉਹਦਾ ਘਰ ਹੈ ਉਹਦੇ 'ਚ ਕੋਈ ਹਕੂਮਤ ਦਾ ਰੋਲ ਨਹੀਂ ਹੈ ਜਾਂ ਕੋਈ ਅਦਰਵਾਈਜ਼ ਨਹੀਂ ਹੈ। ਲੇਕਿਨ ਇੱਥੇ ਤਾਂ ਜੇ ਜਥੇਦਾਰ ਮੰਗੂ ਮੱਠ ਦੀ ਗੱਲ ਕਰਦਾ ਹੈ, ਇਹ ਤਾਂ ਉੜੀਸਾ ਦੀ ਹਕੂਮਤ ਨੇ ਢਾਇਆ। ਜੇ ਮੱਧ ਪ੍ਰਦੇਸ਼ ਦੀ ਉਹ ਗੱਲ ਕਰਦੇ ਨੇ ਤਾਂ ਉਹਦੇ 'ਚ ਵੀ ਉਹਨਾਂ ਦੀ ਕਮਲਨਾਥ ਦੀ ਹਕੂਮਤ ਇਨਵੋਲਵ ਹੈ। ਜੇ ਈਵਨ ਇਹਨਾਂ ਨੇ ਸ਼ਿਲੌਂਗ ਦੇ ਗੁਰਦੁਆਰਾ ਗੁਰੂ ਡਾਂਗਮਾਰ ਦੀ ਗੱਲ ਕੀਤੀ ਹੈ ਤੇ ਉਹਦੇ 'ਚ ਵੀ ਹਕੂਮਤ ਇਨਵੋਲਵ ਹੈ। ਸੋ ਇਹਦੇ 'ਚ 4 ਫਿਕਰਿਆਂ 'ਚੋਂ 3 ਫਿਕਰੇ ਇੰਡੀਆ ਦੇ ਉੱਤੇ ਜਦੋਂ ਉਹ ਕਹਿੰਦੇ ਨੇ ਕਿ ਭਾਈ ਇਫ ਦਿਸ ਇਜ਼ ਐਨੀ ਇੰਡੀਕੇਸ਼ਨ in the Sikhs are not safe anywhere, so Sikhs need to join hands to counter these atrocities as little justice is expected. ਇਹ ਹੁਣ ਇੰਡੀਅਨ ਕੰਟੈਕਸਟ ਹੈ ਵੀ ਇੱਥੋਂ ਸਾਨੂੰ ਜਿਹੜੀ ਹੈ ਉਹ ਜਸਟਿਸ ਦੀ ਆਸ ਨਹੀਂ ਕਰਨੀ ਚਾਹੀਦੀ ਔਰ ਸਾਨੂੰ ਇਕੱਠੇ ਹੋ ਕੇ ਇਸ ਦੇ ਲਈ ਜਿਹੜਾ ਉਹ ਆਵਾਜ਼ ਉਠਾਉਣੀ ਚਾਹੀਦੀ ਹੈ। ਔਰ ਜਿਉਂ ਹੀ ਜਥੇਦਾਰ ਦਾ ਇਹ ਬਿਆਨ ਆਇਆ, ਬਦ ਅਖਲਾਕ, ਬਦਕਾਰ, ਝੂਠਾ, ਇਆਸ਼ ਆਦਮੀ, ਔਰ ਇਹਨਾਂ ਦਾ ਬੀਜੇਪੀ ਦਾ ਹੀ ਜਿਹੜਾ ਉਹ ਸ਼ੋ ਬॉय ਕੈਪਟਨ ਅਮਰਿੰਦਰ, ਉਹਨੇ ਨਾਲ ਦੀ ਨਾਲ ਬਿਆਨ ਦਾ ਗਿਆ ਕੰਸਰਨਡ ਓਵਰ ਅਕਾਲ ਤਖਤ ਜਥੇਦਾਰ ਰਿਮਾਰਕਸ ਔਨ ਸਿੱਖਸ ਸੇਫਟੀ, ਕੈਪਟਨ ਆਸਕਸ ਸ਼੍ਰੋਮਣੀ ਅਕਾਲੀ ਦਲ ਟੂ ਕੁਇਟ ਕੋਲੀਸ਼ਨ ਐਟ ਸੈਂਟਰ। ਉਹਨੇ ਪਹਿਲਾਂ ਤਾਂ ਕਿਹਾ ਜੀ ਮੈਂ ਤਾਂ ਨਹੀਂ ਵੈਸੇ ਸਹਿਮਤ ਕਿ ਸਿੱਖ ਸੇਫ ਨਹੀਂ ਨੇ ਇੰਡੀਆ 'ਚ, ਪਰ ਜੇ ਜਥੇਦਾਰ ਮਹਿਸੂਸ ਕਰਦਾ ਇਵੇਂ ਹੈ ਫਿਰ ਤਾਂ ਜਿਹੜਾ ਉਹ ਬਾਦਲ ਦਲ ਨੂੰ, ਹਰਸਿਮਰਤ ਕੌਰ ਨੂੰ ਫੌਰਨ ਜਿਹੜਾ ਰਿਜ਼ਾਈਨ ਕਰਨਾ ਚਾਹੀਦਾ ਹੈ ਔਰ ਬਾਦਲ ਦਲ ਨੂੰ ਜਿਹੜਾ ਜਥੇਦਾਰ ਤਲਬ ਕਰਕੇ ਕਹੇ ਕਿ ਵੀ ਇਹ ਸਿੱਖਾਂ ਦੀ ਸੇਫਟੀ ਦੇ ਲਈ ਉਹ ਕੀ ਕਰ ਰਿਹਾ। ਉਹਨੇ ਕਿਹਾ ਕਿ ਵੀ ਇਫ ਸਿੱਖਸ ਆਰ ਫੀਲਿੰਗ ਇਨਸਿਕਿਉਰ ਐਜ਼ ਸਟੇਟਡ ਬਾਈ ਗਿਆਨੀ ਹਰਪ੍ਰੀਤ ਸਿੰਘ ਦੈਨ ਦਾ ਡਿਸਪੈਂਸੇਸ਼ਨ ਐਟ ਦਾ ਸੈਂਟਰ ਇਜ਼ ਟੂ ਬਲੇਮ, ਕਿ ਵੀ ਜੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਵੀ ਸਿੱਖ ਅਨਸੇਫ ਨੇ ਫਿਰ ਇਹਦੇ ਲਈ ਜਿਹੜੀ ਦਿੱਲੀ ਹਕੂਮਤ ਹੈ ਉਹ ਜ਼ਿੰਮੇਵਾਰ ਹੈ। ਸੋ ਜੇ ਈਵਨ ਇਹਨਾਂ ਦਾ ਸ਼ੋ ਬॉय ਵੀ ਨੋਟਿਸ ਲੈਂਦਾ ਇਸ ਗੱਲ ਦਾ ਔਰ ਜਥੇਦਾਰ ਘੱਟੋ ਘੱਟ ਉਸ ਸਾਰਿਆਂ ਨੂੰ ਬਜਾਏ ਹੁਣ ਤੱਕ ਜਿਹੜਾ ਟ੍ਰੈਂਡ ਸੀ ਕਿ ਜਿਹੜਾ ਉਹ ਇੰਡੀਅਨ ਵਰਜ਼ਨ ਹੀ ਅੱਗੋਂ ਰਿਪੀਟ ਕਰ ਦਿੰਦੇ ਸੀ। ਲੇਕਿਨ ਇਸ ਕੰਟੈਕਸਟ ਦੇ ਵਿੱਚ ਹੀ ਅੱਜ ਜਿਹੜਾ ਇੰਟਰਸਟਿੰਗ ਰਾਈਟ ਅਪ ਬੀਰ ਦਵਿੰਦਰ ਸਿੰਘ, ਇਹ ਸਪੀਕਰ ਰਿਹਾ ਪੰਜਾਬ ਅਸੈਂਬਲੀ ਦਾ, ਹੁਣ ਵੀ ਮੌਜੂਦਾ ਪਾਰਲੀਮੈਂਟ ਚੋਣਾਂ 'ਚ ਅਨੰਦਪੁਰ ਸਾਹਿਬ ਹਲਕੇ ਤੋਂ ਉਮੀਦਵਾਰ ਸੀ, ਜਿਹੜੇ ਬੇਸ਼ੱਕ ਇਹ ਕਈ ਵਾਰੀ ਪਾਲੇ ਬਦਲਦਾ ਰਹਿੰਦਾ ਹੈ, ਅਕਾਲੀ ਸੀ ਬੋਰਨ, ਫਿਰ ਕਾਂਗਰਸੀ ਬਣਿਆ, ਫਿਰ ਕਿਸੇ ਹੋਰ ਪਾਰਟੀ 'ਚ ਮੇਰੇ ਖਿਆਲ ਆਮ ਆਦਮੀ ਪਾਰਟੀ ਨਾਲ ਵੀ ਥੋੜਾ ਬਹੁਤ ਰੱਖਿਆ, ਫਿਰ ਕੀ ਹੋਇਆ। ਹੁਣ ਉਹਦਾ ਇੱਕ ਜਿਹੜਾ ਆਰਟੀਕਲ ਹੈ ਮੈਂ ਸਮਝਦਾ ਵੀ ਜਿਸ ਅੰਦਾਜ਼ 'ਚ ਉਹਨੇ ਲਿਖਿਆ, ਕਿਉਂਕਿ ਇਹ ਉੱਥੋਂ ਦੀਆਂ ਪਬਲੀਕੇਸ਼ਨ ਯਸ ਪੰਜਾਬ ਹੋਏ, ਬਾਬੂ ਸ਼ਾਹੀ ਹੋਏ, ਦੂਜਿਆਂ ਨੇ ਵੀ ਛਾਪਿਆ ਕਿ ਵੀ ਉੱਥੇ ਬੈਠੇ ਸਿੱਖ ਹੁਣ ਕਿਵੇਂ ਸਮਝ ਰਹੇ ਨੇ ਕਿ ਇਹ ਗੇਮ ਕੀ ਹੈ। ਔਰ ਮੈਂ ਸਮਝਦਾ ਕਿ ਜਦੋਂ ਸਮਝ ਦਾ ਲੈਵਲ ਇਹ ਹੈ, ਹੁਣ ਘੱਟੋ ਘੱਟ ਪੰਜਾਬ ਦੇ ਵਿੱਚ ਓਵਰਗਰਾਊਂਡ ਖਾਲਿਸਤਾਨ ਦੀ ਮੂਵਮੈਂਟ ਜਿਹੜੀ ਹੈ ਉਸ ਨੂੰ ਤੇਜ਼ ਕਰਨ ਦੀ ਲੋੜ ਹੈ। ਔਰ ਇਹਦਾ ਹੈਡਿੰਗ ਹੀ ਉਹਨੇ ਦਿੱਤਾ ਹੈ ਬੀਰ ਦਵਿੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਅਸੈਂਬਲੀ ਨੇ, ਵੈਂਡਲਿਜ਼ਮ ਐਟ ਨਨਕਾਣਾ ਸਾਹਿਬ ਐਂਡ ਇਟਸ ਨੁਆਂਸ ਬਿਟਵੀਨ ਦਾ ਲਾਈਨਸ। ਇੱਕ ਹੁੰਦਾ ਵੀ ਤੁਹਾਨੂੰ ਦਿਖਾਇਆ ਕੀ ਜਾ ਰਿਹਾ, ਬਿਲਕੁਲ, ਇਹ ਕਹਿ ਕੇ ਦੇਖੋ ਕਿ ਇਹਦੇ ਵਿਚਕਾਰ ਕੀ ਹੈ।
ਔਰ ਕੀ ਇਹਦੇ ਪਿੱਛੇ ਕੀ ਹੋ ਸਕਦਾ ਉਹਨੇ ਸ਼ੁਰੂ ਕੀਤਾ ਹੈ। The vandalism at Gurdwara Janamasthan Nankana Sahib in Pakistan is seemingly the covert operation of Indian intelligence agencies because of their nervousness over the growing bonhomie among the Sikhs and the Muslims after the opening of Kartarpur Sahib corridor. ਇਹ opening ਹੀ ਜੁਮਲਾ ਹੈ ਜੀ ਕਿ ਜੋ ਨਨਕਾਣਾ ਸਾਹਿਬ 'ਚ ਵਾਕਿਆ ਹੋਇਆ, ਉਹ ਜਿਹੜੀ ਪੱਥਰਬਾਜ਼ੀ ਔਰ ਗੁੰਡਾਗਰਦੀ, ਇਹ ਭਾਰਤੀ ਏਜੰਸੀਆਂ ਦਾ ਖੁਫੀਆ ਆਪਰੇਸ਼ਨ ਹੈ। ਕਿਉਂਕਿ ਸਿੱਖਾਂ ਔਰ ਮੁਸਲਮਾਨਾਂ ਦੇ ਵਿਚਾਲੇ ਕਰਤਾਰਪੁਰ ਲਾਂਘਾ ਖੋਲ੍ਹਣ ਤੋਂ ਬਾਅਦ ਜਿਹੜਾ ਇੱਕ ਮਿਠਾਸ ਵਾਲਾ ਸੰਬੰਧ ਪੈਦਾ ਹੋਇਆ ਹੈ, ਉਸ ਨੂੰ ਜਿਹੜਾ ਸਾਬੋਤਾਜ ਕਰਨ ਦੇ ਲਈ ਜੀ intelligent people in Sikh community having the knack to read between the lines were already watchful of such sinister designs of the government of India. The opening of Kartarpur Sahib corridor has caused deep sense of disquiet to the majoritarian and authoritarian rulers of Delhi. ਉਹਨੇ ਕਿਹਾ ਵੀ ਸਿੱਖਾਂ 'ਚ ਜਿਹੜੇ ਸਮਝਦਾਰੀ ਰੱਖਣ ਵਾਲੇ ਸੀ, ਉਹ ਪਹਿਲਾਂ ਹੀ ਉਹਨਾਂ ਨੂੰ ਨਜ਼ਰ ਆ ਰਹੇ, ਉਹ ਅੱਖ ਰੱਖ ਰਹੇ ਸੀ ਵੀ ਹੁਣ ਇਹ ਕੀ ਕਰਨਗੇ, ਕਿਉਂਕਿ ਇਹ ਦੋਨਾਂ ਕੌਮਾਂ ਦੀ ਸਾਂਝ ਕਰਤਾਰਪੁਰ ਲਾਂਘੇ ਰਾਹੀਂ ਜਿਹੜੀ ਹੈ, ਉਹਨੇ ਜਿਹੜੇ ਦਿੱਲੀ ਦੇ ਤਾਜਦਾਰ ਨੇ, ਬਹੁ ਗਿਣਤੀ ਦੇ ਲੋਕ ਹਿੰਦੂ ਤਵੀ, ਉਹਨਾਂ ਨੂੰ ਜਿਹੜਾ ਉਹਨਾਂ ਦੇ ਵਿੱਚ ਬੜੀ ਖਲਬਲੀ ਸੀ ਕਿ ਉਹ ਇਹਨੂੰ ਕਿਵੇਂ ਰੋਕਣ। ਬਿਲਕੁਲ ਹੁਣ ਜਿਵੇਂ ਅਸੀਂ ਪੁਆਇੰਟ ਆਊਟ ਕਰਦੇ ਹਾਂ ਵੀ ਰੀਅਲ ਕਲਪਰੇਟ ਦਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਮਿਸਟਰ ਅਜੀਤ ਡੋਵਲ was reportedly contemplating to evolve a strategy for thwarting the emerging bonhomie among the Sikhs and the Muslims as a consequence to Kartarpur Sahib corridor initiated by Prime Minister of Pakistan Imran Khan. ਕਿ ਇਮਰਾਨ ਖਾਨ ਉਹਨਾਂ ਨੇ ਜਿਹੜਾ ਕਰਤਾਰਪੁਰ ਲਾਂਘਾ ਖੋਲ੍ਹਿਆ, ਅਜੀਤ ਡੋਵਲ ਜਿਹੜਾ ਬਹੁਤ ਪਰੇਸ਼ਾਨ ਹੋ ਰਿਹਾ ਸੀ ਔਰ ਉਹ ਕੋਈ ਨਾ ਕੋਈ ਢੰਗ ਤਰੀਕਾ ਲੱਭ ਰਿਹਾ ਸੀ ਕਿ ਕਿਵੇਂ ਇਹਨੂੰ ਸੈਬੋਟਾਈਜ਼ ਕੀਤਾ ਜਾਏ, ਜਿਹੜੀ ਦੋਨੋਂ ਕੌਮਾਂ ਦੇ ਵਿੱਚ ਆਪਸੀ ਪਿਆਰ ਵਾਲੀ ਜਿਹੜੀ ਹੈ ਇਹ ਬਣੀ ਹੈ ਰਿਸ਼ਤੇਦਾਰੀ। The top ideologues of RSS at Nagpur were apprehensive of likely emerging scenario of an interfaith dialogue between Sikhism and Islam in times to come, and to be more precise, between Sikhism and Sufism. So a well thought of strategy was thus worked out to upstage the emerging understanding between two significant minorities. ਕਿ ਈਵਨ ਭਾਰਤ ਦੇ ਵਿੱਚ ਵੀ ਦੋਨਾਂ ਕੌਮਾਂ ਦੇ ਵਿੱਚ ਜਿਹੜੇ ਦੋਨਾਂ ਧਰਮਾਂ ਦੀ ਸਾਂਝ ਹੈ, ਇੱਕ ਇੰਟਰਫੇਥ ਡਾਇਲੋਗ ਇਸ ਦੀ ਸ਼ੁਰੂਆਤ ਹੋ ਚੁੱਕੀ ਸੀ, ਔਰ ਖਾਸ ਤੌਰ 'ਤੇ ਸੂਫੀ ਇਸਲਾਮ ਔਰ ਸਿੱਖੀ ਦੀ ਸਾਂਝ, ਜਿਸ ਤੋਂ ਜਿਹੜਾ RSS ਦੇ ਜਿਹੜੇ ਨਾਗਪੁਰ 'ਚ ਬੈਠੇ ਆਕਾ ਨੇ, ਉਹ ਬੜੇ ਜਿਹੜੇ ਨੇ ਉਹ ਫਿਕਰਮੰਦੀ 'ਚ ਸੀ। Consequently, a hostile vandalism at Gurdwara Janamasthan Nankana Sahib was stage managed through the secret agents under the aegis of coveted cross-border operations, which was cunningly crafted by Indian intelligence agencies to achieve guileful hidden objectives. ਬਿਲਕੁਲ ਕਲੀਅਰ ਉਹਨਾਂ ਨੇ ਕਿਹਾ ਵੀ ਇਸ ਲਈ ਇਹ ਉਹਨਾਂ ਨੇ ਕੋਵਰਟ ਆਪਰੇਸ਼ਨ ਕੀਤਾ ਹੈ, ਜਿਹੜਾ ਇਸ ਜਨਮ ਸਥਾਨ ਨਨਕਾਣਾ ਸਾਹਿਬ 'ਚ ਜਿਹੜੀ ਗੁੰਡਾਗਰਦੀ ਹੈ ਇਹਨੂੰ ਸਟੇਜ ਮੈਨੇਜ ਕੀਤਾ ਗਿਆ, ਔਰ ਇਹ ਜਿਹੜਾ ਇਹਨਾਂ ਦਾ ਕੰਮ ਹੈ ਜਿਹੜਾ ਕਿ ਇਹਨਾਂ ਨੂੰ ਹੀ ਸੂਟ ਕਰਦਾ ਹੈ। In view of the above sinister design of BJP and RSS, I won't be surprised if the movement of Sikh pilgrims to Kartarpur Sahib through the corridor is obstructed with mischievous intent. The reason for such a regressive step could well be attributed to geopolitical nuance emerging from Sikh-Muslim bonhomie post Kartarpur Sahib corridor. So, ਇਹ ਵੀਰ ਦਵਿੰਦਰ ਸਿੰਘ ਸਾਬਕਾ ਸਪੀਕਰ ਕਹਿੰਦੇ ਨੇ ਕਿ ਇਹ ਜਿਹੜੇ ਇਹਨਾਂ ਦੇ ਗੰਦੇ ਭੱਦੇ ਡਿਜ਼ਾਈਨ ਨੇ BJP RSS ਦੇ, ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਜਿਹੜਾ ਉਹ ਬੰਦ ਕਰ ਦਿੱਤਾ ਜਾਏ, ਕਿਉਂਕਿ ਇਹ ਜਿਹੜਾ ਇਸ ਲਈ ਕਰਨਾ ਚਾਹੁੰਦੇ ਨੇ ਕਿ ਜਿਹੜਾ ਨਵਾਂ ਜੀਓਪੋਲੀਟੀਕਲ ਜਿਹੜਾ ਸਿਆਸੀ ਉਸ ਖਿੱਤੇ ਦੇ ਵਿੱਚ ਸਿਨੈਰੀਓ ਬਣ ਰਿਹਾ ਹੈ, ਜਿਹਦੇ 'ਚ ਕਿ ਸਿੱਖਾਂ ਮੁਸਲਮਾਨਾਂ ਦੀ ਬੋਨਹੋਮੀ ਆਪਸੀ ਸਾਂਝ ਜਿਹੜੀ ਹੈ ਉਹ ਪਰਪੱਕ ਹੋ ਰਹੀ ਹੈ, ਜਿਹੜੀ ਇਹਨਾਂ ਦੇ ਲਈ ਫਿਕਰ ਦਾ ਕਾਰਨ ਹੈ। ਔਰ ਜਿਹੜੀ ਉਹਨੇ ਅਗਲੀ ਗੱਲ ਕਹੀ ਹੈ ਇਹ ਬਹੁਤ ਰਿਮਾਰਕੇਬਲ ਹੈ। ਇਹ ਕਹਿੰਦੇ ਨੇ, ਇਟ ਇਜ਼ ਪਰਟੀਨੈਂਟ ਟੂ ਮੈਂਸ਼ਨ ਹੀਅਰ that Sikh religion now has become the 5th largest religion of the world with identifiable global presence, and it is further evolving and gradually moving to become a civilization. ਕਿ ਇਹ ਜਿਹੜਾ ਇਸ ਵੇਲੇ ਗਲੋਬਲ ਕੰਟੈਕਸਟ ਦੇ ਵਿੱਚ ਸਿੱਖ ਧਰਮ ਦੁਨੀਆ ਦਾ
ਪੰਜਵਾਂ ਵੱਡਾ ਧਰਮ ਬਣ ਕੇ ਤਾਂ ਉੱਭਰਿਆ ਹੀ ਹੈ, ਜੀ ਪਰ ਹੁਣ ਜਿਹੜਾ ਇਸ ਦਾ ਵਿਕਾਸ ਹੈ ਉਹ ਇੱਕ ਸਿੱਖ ਤਹਿਜ਼ੀਬ ਦੇ ਤੌਰ ਤੇ, ਕਿਉਂਕਿ ਜਦੋਂ ਅਸੀਂ ਮੁਲਕ ਦੀ ਗੱਲ ਕਰਦੇ ਹਾਂ ਜਾਂ ਕਾਇਦੇ ਆਜ਼ਮ ਨੇ ਟੂ ਨੇਸ਼ਨ ਥਿਊਰੀ ਦੀ ਗੱਲ ਕੀਤੀ, ਤੇ ਨੇਸ਼ਨ ਸਿਰਫ ਇੱਕ ਖਿੱਤੇ ਦੇ ਲੋਕ ਨਹੀਂ, ਤਹਿਜ਼ੀਬ ਵੀ, ਔਰ ਤੁਹਾਡਾ ਸਾਰਾ ਕੁਝ ਹੀ ਸੈਪਰੇਟ ਹੈ। ਸੋ ਇਹਨੂੰ ਕਹਿ ਰਹੇ ਨੇ ਕਿ ਵੀ ਹੁਣ ਕੱਲੀ ਸਾਡੀ ਹੋਂਦ ਇੱਕ ਸੈਪਰੇਟ ਰਿਲੀਜਨ ਵਾਲੀ ਨਹੀਂ ਹੈ। ਫਿਰ ਤਾਂ ਉਹ ਕਹਿ ਸਕਦੇ ਨੇ ਜੀ ਦੇਖੋ ਇਹ ਮਲਟੀਪਲ ਰਿਲੀਜਨ ਇੱਥੇ ਰਹਿ, ਉਹ ਕਹਿੰਦੇ ਨਹੀਂ ਸਾਡੀ ਤਹਿਜ਼ੀਬ ਹੀ ਤੁਹਾਡੇ ਨਾਲ ਨਹੀਂ ਰਲਦੀ, ਸਾਡੀ ਸਿੱਖ ਸਿਵਲਾਈਜੇਸ਼ਨ ਅੱਡ ਹੈ, ਜਿਹਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ ਕਿ ਗੁਰੂ ਨਾਨਕ ਸਾਹਿਬ ਤੋਂ 10ਵੇਂ ਪਾਤਸ਼ਾਹ ਤੱਕ 230 ਵਰ੍ਹਿਆਂ 'ਚ ਇੱਕ ਵੱਖਰੇ ਮਜ਼ਹਬ ਦੀ ਘਾੜਤ ਨਹੀਂ ਘੜੀ ਗਈ, ਇੱਕ ਉਹ ਤਹਿਜ਼ੀਬ ਜਿਹਦੀਆਂ ਵੈਲਿਊਜ਼ ਬਿਲਕੁਲ ਬ੍ਰਾਹਮਣਵਾਦ ਤੋਂ ਉਲਟ ਸਨ, ਔਰ ਉਸ ਦੇ ਬ੍ਰਾਹਮਣਵਾਦ ਨੂੰ ਚੈਲੰਜ ਕਰਕੇ ਜਿਸ ਤਹਿਜ਼ੀਬ ਦੇ ਵਿੱਚ ਫਿਰ ਆਪਣੀ ਜ਼ਬਾਨ, ਆਪਣਾ ਸੈਂਟਰ, ਆਪਣਾ ਗ੍ਰੰਥ, ਆਪਣਾ ਅਕਾਲ ਤਖਤ, ਆਪਣਾ ਪੰਥ, ਆਪਣੇ ਸ਼ਹੀਦ ਔਰ ਆਪਣਾ ਸਾਰਾ ਜਿਹੜਾ ਆਪਣੇ ਸ਼ਹਿਰ ਜਿਹੜੇ ਗੁਰੂ ਸਾਹਿਬ ਨੇ ਵਸਾਏ। ਸੋ ਇਹ ਜਿਹੜੀ ਹੈ ਉਹਨੂੰ ਸਿਰਫ ਤੇ ਸਿਰਫ ਮੰਦੇ ਭਾਗਾਂ ਨੂੰ 47 ਦੌਰ ਦੀ ਲੀਡਰਸ਼ਿਪ ਇਹਨੂੰ ਐਜ਼ ਏ ਤਹਿਜ਼ੀਬ ਦੇਖ ਕੇ ਇਹਨਾਂ ਨਾਲੋਂ ਆਪਣਾ ਆਡਰਾਪਨ ਨਹੀਂ ਕਰ ਸਕੀ ਜਿਹਨੂੰ ਅਸੀਂ ਸਫਰ ਕਰ ਰਹੇ ਹਾਂ। Therefore, the Sikh community is expected to become much more cautious and watchful। ਕਿ ਜੋ ਚੱਲ ਰਿਹਾ ਹੈ ਸਿੱਖਾਂ ਨੂੰ ਬਹੁਤ ਜਿਹੜਾ ਉਹ ਧਿਆਨ ਔਰ ਚੁਕੰਨੇ ਹੋਣ ਦੀ ਲੋੜ ਹੈ। We should intensely examine every nuance of geopolitical developments with clinical precision rather than overreacting instantaneously without understanding the surreptitious designs of majoritarian regime of BJP। ਕਿ ਅਸੀਂ ਕਿਸੇ ਵੀ ਘਟਨਾਕ੍ਰਮ ਤੇ ਬਜਾਏ ਕਿ ਜਿਵੇਂ ਮੈਂ ਕੱਲ ਕਿਹਾ ਕਿ ਵੀ ਇਸ ਘਟਨਾ ਨੇ ਸਾਬਤ ਕਰ ਦਿੱਤਾ ਹੈ ਕਿ ਸਿੱਖਸ ਆਰ ਨੋ ਮੋਰ ਐਮੋਸ਼ਨਲ ਫੂਲਸ, ਔਰ ਕਿਸੇ ਨੇ ਉਸ ਕਿਸਮ ਦਾ ਨਹੀਂ। ਬਾਕੀ ਜਿਹੜੇ ਇਹਨਾਂ ਦੇ ਰੱਖੇ ਹੋਏ ਨੇ ਟੋਮੀ, ਉਹਨਾਂ ਤੇ ਆਪਣਾ ਕੰਮ ਕਰਨਾ ਹੁੰਦਾ, ਲੇਕਿਨ ਵਾਸਟ ਮੈਜੋਰਿਟੀ ਨੇ ਬੜਾ ਕੌਸ਼ੀਅਸ ਔਰ ਇਹ ਦੇਖ ਕੇ ਕਿ ਵੀ ਇਹ ਕੀ ਚੱਲ ਰਿਹਾ। ਉਹਨਾਂ ਨੇ ਕਿਹਾ ਜੀ ਜੀਓ ਪੋਲੀਟੀਕਲ ਡਿਵੈਲਪਮੈਂਟਸ ਦੇ ਵਿੱਚ ਹੋਰ ਵੀ ਇਹ ਦੇਖਣ ਦੀ ਗੱਲ, ਔਰ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਜਿਹੜੀ ਇਹ ਸਾਰਾ ਕੁਛ ਹੀ ਚੱਲ ਰਿਹਾ ਉੱਥੇ ਖਿੱਤੇ ਦੇ ਵਿੱਚ, ਇਕਨੋਮਿਕਲ ਕੋਰੀਡੋਰ ਔਰ ਨਵਾਂ ਅਲਾਇੰਸ ਰਸ਼ੀਆ, ਚਾਈਨਾ ਔਰ ਜਿਹੜਾ ਈਰਾਨ ਜਿਨ੍ਹਾਂ ਦੇ ਨਾਲ ਪਾਕਿਸਤਾਨ ਵੀ, ਇਹ ਸਾਡੇ ਲਈ ਵੀ ਇੱਕ ਬੜੇ ਪੋਜ਼ਿਟਿਵ ਸਿਗਨਲ ਵੀ ਨੇ ਕਿ ਸਾਡੀ ਆਪਣੀ ਹੋਂਦ, ਅਸੀਂ ਇੰਟਰਨੈਸ਼ਨਲ ਬਾਰਡਰ ਤੇ ਵੀ ਬੈਠੇ ਹਾਂ, ਇਕਨੋਮਿਕਲ ਕੋਰੀਡੋਰ ਦੇ ਨੇੜੇ ਵੀ ਬੈਠੇ ਹਾਂ, ਕਰਤਾਰਪੁਰ, ਉਹ ਸਾਰੇ ਦੇ ਨਾਲ। It is strikingly important to see that how the entire public relation apparatus of BJP swung into action with alarming elasticity immediately after the stage-managed incident at Gurdwara Janamsthan at Nankana Sahib, Pakistan. How Mrs. Monakshi Lekhi, a BJP MP from New Delhi, tauntingly mocked and targeted Mr. Navjot Singh Sadhu makes their reticent designs very। ਉਹਨਾਂ ਨੇ ਕਿਹਾ ਜੀ ਘਟਨਾ ਹੋਈ, ਉਹ ਇਹ ਸਾਬਤ ਕਰ ਰਹੇ ਨੇ ਕਿ ਕਿਵੇਂ ਇਹ ਕੋਵਰਟ ਆਪਰੇਸ਼ਨ ਹੈ। ਉਹਨਾਂ ਕਿਹਾ ਜੋ ਹੀ ਇਹ ਘਟਨਾ ਹੋਈ ਨਾਲ ਦੀ ਨਾਲ ਜਿਹੜਾ ਉਹਨੇ ਮੀਨਾਕਸ਼ੀ ਲੇਖੀ ਜਿਹੜੀ MP ਹੈ BJP ਦੀ, ਉਹਨੇ ਸਿੱਧੂ ਦੇ ਉੱਤੇ ਵਿਅੰਗ ਕੀਤਾ। ਨਾਲ ਦੀ ਨਾਲ BJP ਦਾ MLA ਮਨਜਿੰਦਰ ਸਿਰਸਾ ਜਿਹੜਾ ਉਹ ਐਂਟਾਈ ਪਾਕਿਸਤਾਨ ਡੈਮੋਨਸਟ੍ਰੇਸ਼ਨ ਕਰ ਰਿਹਾ ਹੈ ਪਾਕਿਸਤਾਨ ਦੀ ਐਮਬੈਸੀ ਦੇ ਬਾਹਰ, ਔਰ ਇਸੇ ਤਰ੍ਹਾਂ ਹਰਸਿਮਰਤ ਬਾਦਲ, ਹਰਦੀਪ ਪੁਰੀ, ਉਹ ਜਿਹੜੇ ਨੇ ਟੁੱਕ ਨੋ ਟਾਈਮ ਟੂ ਰਿਡੀਕਿਊਲ ਇਮਰਾਨ ਖਾਨ ਕਿ ਜੀ ਉਹਨੇ ਕੀ ਕੀਤਾ ਹੈ। ਔਰ ਈਵਨ ਕੈਪਟਨ ਅਮਰਿੰਦਰ ਸਿੰਘ ਟਵੀਟਡ ਕੁਇਕਲੀ ਐਂਡ ਸੈਂਟ ਹਿਜ਼ ਮਿਸਿਵ ਟੂ ਪ੍ਰਾਈਮ ਮਿਨਿਸਟਰ ਆਫ ਪਾਕਿਸਤਾਨ। ਔਰ ਇਹ ਜਿਹੜਾ ਉਹਨਾਂ ਨੇ ਐਂਡ ਦੇ ਵਿੱਚ, ਕਿਉਂਕਿ ਮੈਂ ਵਕਤ ਵੱਲ ਵੀ ਦੇਖ ਰਿਹਾ ਕਿ ਇਹ ਜਿਹੜਾ ਇਨ ਪਰਸੂਏਸ਼ਨ ਆਫ ਦਾ ਅਬਵ ਨੈਰੇਟਿਵ, ਕਿ ਇਹ ਜਿਹੜਾ BJP ਔਰ ਉਹਨਾਂ ਦੇ ਦੁਮ ਛੱਲਿਆਂ ਨੇ ਨੈਰੇਟਿਵ ਦਿੱਤਾ ਹੈ, ਇਹਦੇ 'ਚ one would like to question the genuineness of the voices of sanity and compassion as to where were they when Gurdwara Gyan Godri Sahib at Hardwar was demolished in Uttarakhand। ਕਿ ਜਿਹੜੇ ਹੁਣ ਚੀਕਾਂ ਮਾਰ ਰਹੇ ਨੇ ਇਹ ਕਿੱਥੇ ਸੀ ਜਦੋਂ ਗੁਰਦੁਆਰਾ ਗਿਆਨ ਗੋਦੜੀ ਹਰਿਦੁਆਰ 'ਚ ਡਿਮੋਲਿਸ਼ ਕੀਤਾ। ਔਰ ਫॉर दैट मैटर when ਗੁਰਦੁਆਰਾ ਮੰਗੂ ਮਠ was demolished at ਦਵਾਰਕਾਪੁਰੀ ਭੁਵਨੇਸ਼ਵਰ in Odisha, ਮੰਗੂ ਮਠ ਢਾਇਆ, ਉਦੋਂ ਕਿੱਥੇ ਸੀ। Both these places are sanctimonious to the Sikh community because of the holy visits of Guru Nanak to these places। ਕਿ ਗੁਰੂ ਨਾਨਕ ਸਾਹਿਬ ਉੱਥੇ ਗਏ ਨੇ, ਇਸ ਲਈ ਇਹ ਸਾਡੇ ਲਈ ਬਹੁਤ ਪਵਿੱਤਰ ਥਾਵਾਂ ਨੇ। ਔਰ ਟੁਵਰਡਸ ਦਾ ਐਂਡ ਉਹਨਾਂ ਨੇ ਕਿਹਾ ਕਿ it is overtly clear that only those set of people who were earlier opposed to the opening of Kartarpur Sahib corridor have suddenly become active with the negative mindset to ensure the closure of the corridor by a definite design and also by implication। ਕਿ ਇਸ ਸਾਰੇ ਦੇ ਉੱਤੇ ਚੀਕਾਂ ਉਹਨਾਂ ਨੇ ਹੀ ਮਾਰੀਆਂ
ਜਿਹੜੇ ਲੋਕ ਕਰਤਾਰਪੁਰ ਕੋਰੀਡੋਰ ਖੁੱਲਣ ਤੋਂ ਪਹਿਲਾਂ ਵੀ ਇਹੀ ਕਰ ਰਹੇ ਸੀ। ਸੋ ਪਹਿਲਾਂ ਖੁੱਲਣ ਨਹੀਂ ਸੀ ਦੇਣਾ ਚਾਹੁੰਦੇ, ਹੁਣ ਉਹਨਾਂ ਦੀ ਇੰਟੈਂਟ ਹੈ ਇਹਨੂੰ ਬੰਦ ਕਰਨ ਦੀ। ਔਰ ਲਾਸਟ ਪਹਿਲਾ ਪੈਰਾਗ੍ਰਾਫ ਹੈ, I would appeal to both the government of India and Pakistan not to underestimate the intelligence of the Sikh masses। ਕਿ ਦੋਨੋਂ ਹਕੂਮਤਾਂ ਨੂੰ ਅਸੀਂ ਕਹਿਣਾ ਚਾਹੁੰਦੇ ਕਿ ਤੁਸੀਂ ਸਿੱਖਾਂ ਦੀ ਜਿਹੜੀ ਇੰਟੈਲੀਜੈਂਸ ਹੈ, ਉਹਨਾਂ ਦੀ ਸਿਆਣਪ ਹੈ, ਉਸ ਨੂੰ ਜਿਹੜਾ ਉਹ ਘਟਾ ਕੇ ਨਾ ਦੇਖੋ। ਜੀ। ਐਂਡ ਡੂ ਨਾਟ ਅਟੈਂਪਟ ਟੂ ਯੂਜ਼ them ਐਜ਼ ਕਾਮਨ ਫੋਡਰ, ਕਿ ਸਾਨੂੰ ਰਾ ਮਟੀਰੀਅਲ ਬਣਾ ਕੇ ਵੀ ਕੋਈ ਇਸਤੇਮਾਲ ਕਰਨ ਦਾ ਇੰਡੀਅਨ ਜਾਂ ਦੂਜੀ ਸਾਈਡ ਕੋਸ਼ਿਸ਼ ਨਾ ਕਰੇ। ਸਿੱਖਸ ਆਰ ਫੁਲੀ ਕੌਨਸ਼ੀਅਸ and cautious of their existence and role in achieving the greater interfaith understanding irrespective of the geopolitical ramification। ਕਿ ਕਿਹਦਾ ਕਿੱਥੇ ਕੀ ਡਿੱਗਦਾ ਇਹਦੇ ਬਰਕਸ ਸਿੱਖ ਜਿਹੜੇ ਨੇ ਉਸ ਜੀਓਪੋਲਿਟੀਕਲ ਨੈਟਵਰਕ ਦੇ ਵਿੱਚ ਚੇਂਜਸ ਦੇ ਵਿੱਚ ਆਪਣੀ ਥਾਂ ਬਣਾਉਣਗੇ। ਇੰਟਰਫੇਥ ਦੀ ਜਦੋਂ ਗੱਲ ਹੁੰਦੀ ਹੈ ਸੋ ਜ਼ਾਹਰ ਹੈ ਕਿ ਜਿਹੜੀ ਸਿੱਖ ਮੁਸਲਮ ਦੋਸਤੀ ਹੈ ਔਰ ਸਾਡੀ ਵੱਖਰੀ ਹੋਣ, ਇਹ ਸਿਰਫ ਆ ਕੇ ਖਾਲਿਸਤਾਨ ਲਫ਼ਜ਼ ਇਹਨੇ ਨਹੀਂ ਕਿਹਾ ਹੈ, ਲੇਕਿਨ ਜਦੋਂ ਵੱਖਰੀ ਤਹਿਜ਼ੀਬ ਐਨਮੀ ਨੂੰ ਆਇਡੈਂਟੀਫਾਈ ਕੀਤਾ ਔਰ ਆਪਣੀ ਥਾਂ ਦੱਸੀ ਹੈ ਕਿ ਸਿੱਖ ਉਸ ਜੀਓਪੋਲਿਟੀਕਲ ਜਿਹੜਾ ਸਿਨੈਰੀਓ ਹੈ ਉਹਦੇ 'ਚ ਇੱਕ ਖਾਸ ਥਾਂ ਰੱਖਦੇ ਨੇ। ਸੋ ਮੈਂ ਸਮਝਦਾ ਕਿ ਵੀ ਜੇ ਇਸ ਲੈਵਲ ਦੇ ਲੋਕ ਉੱਥੇ ਇਵੇਂ ਸੋਚਦੇ ਨੇ ਤੇ ਹੁਣ ਜੋ ਚੱਲ ਰਿਹਾ ਦੇਸ਼ ਭਰ ਦੇ ਵਿੱਚ, ਜਿਵੇਂ ਇੱਕ ਤੋਂ ਬਾਅਦ ਇੱਕ ਮੁੱਦੇ ਦੇ ਉੱਤੇ ਲੋਕ ਖੜੇ ਹੋ ਰਹੇ ਨੇ, ਇਹ ਟੁੱਟਣ ਵੱਲ ਵੱਧ ਰਿਹਾ ਹੈ। ਸੋ ਹੁਣ ਅਸੀਂ ਵੀ ਦੇਖ ਲਈਏ ਕਿ ਵੀ ਅਸੀਂ ਆਪਣਾ ਘਰ ਬਣਾਉਣ ਦੇ ਲਈ ਦਰਿਆਏ ਜਮਨਾ ਤੋਂ ਵਾਘਾ ਤੱਕ ਜਿਹੜੀ ਸਾਡੀ ਸਰਜ਼ਮੀਨ ਹੈ, ਇਹਨੂੰ ਭਾਰਤੀ ਕਬਜ਼ੇ ਚੋਂ ਲਿਬਰੇਟ ਕਰਾਉਣ ਦੇ ਲਈ ਕਿਵੇਂ ਖਾਲਿਸਤਾਨ ਦੀ ਮੂਵਮੈਂਟ ਨੂੰ ਮੰਤਕੀ ਅੰਜਾਮ ਤੱਕ ਪਹੁੰਚਾਉਣਾ ਹੈ, ਇਹ ਵਕਤ ਜਿਹੜਾ ਹੈ ਹੁਣ ਆ ਗਿਆ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦਾ ਪਹਿਲਾ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਰਹਿੰਦੇ ਇਸ਼ੂ ਆਪਾਂ ਆਫਟਰ ਦਾ ਬ੍ਰੇਕ ਡਿਸਕਸ ਕਰਾਂਗੇ। ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ। ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ-ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਸੀਂ